साढ़े 18 स्कूल बन गए, साढ़े ब्रिज पठालो ब्रिज हुण शुरू हो गई आ, साढ़े नवा हस्पताल बन जाना आ, MSP प्रीमियम्स भी चल गए आ, अफोर्डेबिलिटी इशू से बहुत बड़ा काम हो गया है, चाइल्ड केयर दे विच भी डिवेलपमेंट हुई आ। ਤੁਹਾਡੀ ਸਰਕਾਰ ਨੇ ਵੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੋਏਗੀ ਪਰ ਲੋਕ ਖੁਸ਼ ਨਹੀਂ। ਮੈਨੂੰ ਪਤਾ ਵੀ ਡਰੱਗ ਇਸ਼ੂਜ਼ ਨੇ, ਗੈਂਗ ਦੇ ਇਸ਼ੂਜ਼ ਨੇ, ਮੈਂਟਲ ਹੈਲਥ ਦੇ ਬੜੇ ਇਸ਼ੂਜ਼ ਨੇ, ਜਿਹੜੀ ਸਾਡੀਆਂ ਕਈ ਫੈਮਲੀਆਂ ਡਿਸਟਰੋਏ ਹੋ ਚੁੱਕੀਆਂ ਇਹਨਾਂ ਕੰਮਾਂ ਦੇ ਵਿੱਚ। ਮੈਂ ਸਮਝਦਾ ਵੀ ਐਜ਼ ਏ ਕਮਿਊਨਿਟੀ ਮੈਂਬਰ ਉਹ ਸਭ ਤੋਂ ਇੰਪੋਰਟੈਂਟ ਕੰਮ ਹੈ ਕਿ ਮੈਂ ਲੋਕਾਂ ਦੇ ਦੁੱਖ ਸਮਝਾਂ। ਚੋਣਾਂ ਦੇ ਮੱਦੇਨਜ਼ਰ ਅੱਜ ਸਰੀ ਦੇ ਹਲਕਾ ਉਮੀਦਵਾਰਾਂ ਦੀ ਡਿਬੇਟ ਕਰਵਾਈ ਜਾ ਰਹੀ ਹੈ। ਮੰਚ ਦਾ ਸੰਚਾਲਨ ਦਵਿੰਦਰ ਸਿੰਘ ਪੈਨੀਪਾਲ ਅਤੇ मैं अर्शदीप बट्टू करेंगे। FYI मीडिया ग्रुप चैनल से प्रसारण होने वाली BC प्रोविंस चोणां 2020 बारे डिबेट ਦੀਆਂ ਕੁਝ ਸ਼ਰਤਾਂ ਹਨ। ਉਮੀਦਵਾਰਾਂ ਨੂੰ 2 ਮਿੰਟ ਦੀ TVC ਨਾਲ ਰੂਬਰੂ ਕਰਵਾਇਆ ਜਾਵੇਗਾ। ਮੰਚ ਸੰਚਾਲਕਾਂ ਦੇ ਵੱਲੋਂ ਹਰੇਕ ਉਮੀਦਵਾਰ ਤੋਂ 3 ਸਵਾਲ ਪੁੱਛੇ ਜਾਣਗੇ ਅਤੇ ਹਰ ਸਵਾਲ ਦਾ ਜਵਾਬ ਦੇਣ ਲਈ 2 ਮਿੰਟ ਦਾ ਸਮਾਂ ਹੋਵੇਗਾ। ਇਸ ਤੋਂ ਬਾਅਦ ਫੇਸ ਆਫ ਰਾਉਂਡ ਵਿੱਚ ਮੌਜੂਦ ਉਮੀਦਵਾਰ ਇੱਕ ਦੂਜੇ ਤੋਂ ਇੱਕ ਸਵਾਲ ਪੁੱਛ ਸਕਦੇ ਨੇ, ਜਿਸ ਦਾ ਜਵਾਬ ਦੇਣ ਲਈ 2 ਮਿੰਟ ਦਾ ਸਮਾਂ ਹੋਵੇਗਾ। ਸੰਚਾਲਕਾਂ ਵੱਲੋਂ ਇੱਕ ਕਾਮਨ ਸਵਾਲ ਕੀਤਾ ਜਾਵੇਗਾ, ਜਿਸ ਦਾ ਜਵਾਬ ਦੇਣ ਲਈ ਹਰ ਉਮੀਦਵਾਰ ਨੂੰ 1 ਮਿੰਟ ਦਾ ਸਮਾਂ ਮਿਲੇਗਾ ਤੇ ਆਖਿਰ ਵਿੱਚ ਵੋਟ ਅਪੀਲ ਜਾਂ ਆਪਣੇ ਵੱਲੋਂ ਕੁਝ ਸ਼ਬਦ ਕਹਿਣ ਲਈ 2 ਮਿੰਟ ਦਾ ਸਮਾਂ ਹਰੇਕ ਉਮੀਦਵਾਰ ਨੂੰ ਮਿਲੇਗਾ ਤੇ ਉੱਤਰ ਦੇਣ ਲਈ ਸਮਾਂ ਉਮੀਦਵਾਰਾਂ ਕੋਲ ਜਵਾਬ ਦੇਣ ਲਈ ਹਰ ਰਾਉਂਡ ਵਿੱਚ ਜ਼ਿਆਦਾ ਤੋਂ ਜ਼ਿਆਦਾ 2 ਮਿੰਟ ਦਾ ਵਕਤ ਹੋਵੇਗਾ ਅਤੇ ਜਦੋਂ 15 ਸੈਕਿੰਡ ਰਹਿ ਜਾਣਗੇ ਤਾਂ ਅਲਰਟ ਬਜ਼ਰ ਵੱਜੇਗਾ ਅਤੇ ਉਸ ਤੋਂ ਬਾਅਦ ਨਿਰਧਾਰਿਤ ਸਮੇਂ ਤੇ ਫਾਈਨਲ ਬਜ਼ਰ ਵੱਜੇਗਾ। ਹਰ ਉਮੀਦਵਾਰ ਨੂੰ ਦਿੱਤੇ ਗਏ ਸਮੇਂ ਵਿੱਚ ਹੀ ਆਪਣਾ ਜਵਾਬ ਦੇਣਾ ਹੋਵੇਗਾ। ਸਮਾਂ ਪੂਰਾ ਹੋਣ ਤੇ ਮਾਈਕ ਆਪਣੇ ਆਪ ਬੰਦ ਹੋ ਜਾਵੇਗਾ। ਧਿਆਨ ਰੱਖਣ ਯੋਗ ਨਿਯਮ ਵੀ ਹਨ ਕਿ ਚਰਚਾ ਦੇ ਦੌਰਾਨ ਉਮੀਦਵਾਰ ਸਟੂਡੀਓ ਵਿੱਚ ਆਪਣੀ ਜਗ੍ਹਾ ਕਿਸੇ ਹੋਰ ਉਮੀਦਵਾਰ ਨੂੰ ਨਹੀਂ ਭੇਜ ਸਕਦਾ ਅਤੇ ਨਾ ਹੀ ਕੋਈ ਉਮੀਦਵਾਰ ਸਾਥੀ ਸਟੂਡੀਓ ਵਿੱਚ ਹੋ ਸਕਦਾ ਹੈ। डिबेट दौरान अपने मोबाइल फोन बंद रखने होंगे। नुमाइंदे डिबेट दौरान मंदी भाषा का इस्तेमाल नहीं कर सकते। इतराज योग शब्दावली जां माड़ा वतीरा करन ते माइक बंद कर दिते जाणगे। उम्मीदवार अंग्रेजी, हिंदी जां पंजाबी विच गल कर सकते ने। FYI मीडिया कोल अपने हर चैनल ते इस डिबेट का सीधा जां रिकॉर्डेड प्रसारण करन दा हक है। धन्यवाद। डॉक्टर गुलजार चीमा सरी पैनोरामा तो लिबरल उम्मीदवार हैं। पंजाब विच मैडिकल पढ़ाई करन तो बाद डॉक्टर गुलजार चीमा कैनेडा आ गए। 90 दे शुरू विच ब्रिटिश कोलंबिया आउण तो पहलां ਉਹ ਮੈਨੀਟੋਬਾ ਵਿੱਚ ਰਹੇ ਅਤੇ ਫਿਰ ਮੈਨੀਟੋਬਾ ਦੀ ਵਿਧਾਨ ਸਭਾ ਵਿੱਚ ਇੱਕ ਮੈਂਬਰ ਵਜੋਂ 5 ਸਾਲ ਸੇਵਾ ਕੀਤੀ। ਸਰੀ ਦੇ ਵਿਧਾਇਕ ਵਜੋਂ ਪਿਛਲੇ ਕਾਰਜਕਾਲ ਦੌਰਾਨ ਡਾਕਟਰ ਗੁਲਜ਼ਾਰ ਚੀਮਾ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਪਹਿਲਾ ਮਿਨਿਸਟਰ ਆਫ ਸਟੇਟ ਫਾਰ ਮੈਂਟਲ ਹੈਲਥ ਨਿਯੁਕਤ ਕੀਤਾ ਗਿਆ ਸੀ। ਡਾਕਟਰ ਗੁਲਜ਼ਾਰ ਚੀਮਾ ਨੇ ਅਕਸਰ ਸਿਹਤ ਅਤੇ ਤੰਦਰੁਸਤੀ ਦੇ ਮੁੱਦਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਅਤੇ ਜਾਗਰੂਕਤਾ ਫੈਲਾਈ ਹੈ। ਡਾਕਟਰ ਗੁਲਜ਼ਾਰ ਚੀਮਾ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿਖੇ ਡਿਪਾਰਟਮੈਂਟ ਆਫ ਫੈਮਿਲੀ ਪ੍ਰੈਕਟਿਸ ਲਈ ਕਲੀਨਿਕਲ ਸਹਾਇਕ ਪ੍ਰੋਫੈਸਰ ਵੀ ਹਨ। ਸਰੀ ਪੈਨੋਰਾਮਾ ਵਿੱਚ ਜਿੱਥੇ ਨਾ ਸਿਰਫ ਡਾਕਟਰ ਗੁਲਜ਼ਾਰ ਚੀਮਾ ਆਪਣੇ ਪਰਿਵਾਰ ਨਾਲ ਰਹਿੰਦੇ ਨੇ ਬਲਕਿ ਮੈਡੀਕਲ ਅਭਿਆਸ ਨੂੰ ਵੀ ਪਿਛਲੇ 25 ਸਾਲਾਂ ਤੋਂ ਚਲਾ ਰਹੇ ਨੇ। ਜਿਨੀ ਸਿਮਜ਼ ਨੂੰ 2017 ਵਿੱਚ ਸਰੀ ਪੈਨੋਰਾਮਾ ਲਈ ਵਿਧਾਇਕ ਚੁਣਿਆ ਗਿਆ ਸੀ। ਜਿਨੀ ਸਿਮਜ਼ ਦਾ ਜੱਦੀ ਪਿੰਡ ਜਲੰਧਰ ਜ਼ਿਲ੍ਹੇ ਦੇ ਨੂਰ ਮਹਿਲ ਇਲਾਕੇ ਦਾ ਬੈਨਾਪੁਰ ਹੈ। ਪੰਜਾਬ ਭਾਰਤ ਵਿੱਚ ਜਨਮੇ ਜਿਨੀ ਸਿਮਜ਼ 9 ਸਾਲਾਂ ਦੀ ਉਮਰ ਵਿੱਚ ਇੰਗਲੈਂਡ ਚਲੇ ਗਏ ਸਨ। ਸ਼ੁਰੂ ਤੋਂ ਹੀ ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਜਿਨੀ ਸਿਮਜ਼ ਨੇ
ਆਪਣੀ ਸਿੱਖਿਅਕ ਡਿਗਰੀ ਮੈਨਚੈਸਟਰ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਅਤੇ ਹਾਈ ਸਕੂਲ ਦੀ ਅਧਿਆਪਕਾ ਬਣ ਗਏ ਅਤੇ ਫਿਰ ਜਿਨੀ ਪਰਿਵਾਰ ਸਮੇਤ ਕੈਨੇਡਾ ਆ ਵਸੇ ਅਤੇ ਇੱਥੇ ਆ ਕੇ ਵੀ ਅਧਿਆਪਕਾ ਦੇ ਤੌਰ ਉੱਤੇ ਸੇਵਾਵਾਂ ਨਿਭਾਈਆਂ। 2004 ਵਿੱਚ ਜਿਨੀ BC ਟੀਚਰਜ਼ ਫੈਡਰੇਸ਼ਨ ਦੇ ਪ੍ਰਧਾਨ ਬਣੇ। 2011 ਵਿੱਚ ਜਿਨੀ ਸਿਮਜ਼ ਨੇ MP ਲਈ ਚੋਣ ਲੜੀ ਅਤੇ ਉਹਨਾਂ ਨੂੰ ਨਿਊਟਨ ਨਾਰਥ ਡੈਲਟਾ ਲਈ ਸੰਸਦ ਮੈਂਬਰ ਵਜੋਂ ਚੁਣਿਆ ਗਿਆ ਅਤੇ ਕ੍ਰਿਟਿਕ ਫਾਰ ਇੰਟਰਨੈਸ਼ਨਲ ਕਾਰਪੋਰੇਸ਼ਨ, ਕ੍ਰਿਟਿਕ ਫਾਰ ਇਮੀਗ੍ਰੇਸ਼ਨ ਐਂਡ ਕ੍ਰਿਟਿਕ ਫਾਰ ਇੰਪਲੋਇਮੈਂਟ ਵਜੋਂ ਕੰਮ ਕੀਤਾ। ਜਿਨੀ ਸਾਲਾਂ ਤੋਂ ਸਰੀ ਕਮਿਊਨਿਟੀ ਦੇ ਵਿੱਚ ਸਰਗਰਮ ਹਨ ਅਤੇ ਕਮਿਊਨਿਟੀ ਲਈ ਇੱਕ ਬੁਲੰਦ ਆਵਾਜ਼ ਬਣਨ ਲਈ ਸਖਤ ਮਿਹਨਤ ਕਰਦੇ ਨੇ। ਜਿਨੀ ਇੱਕ ਮਾਂ ਅਤੇ ਗ੍ਰੈਂਡਮਾ ਵੀ ਹਨ ਅਤੇ ਸਰੀ ਨੂੰ ਆਪਣਾ ਘਰ ਬੁਲਾਉਣ ਤੇ ਮਾਣ ਮਹਿਸੂਸ ਕਰਦੇ ਨੇ। Welcome to our live debate here at Sanja TV. I'm your host Sonia West. I am joined by moderators Devinder S. Benipal and Arsh Batu, as well as the candidates. Welcome to the candidates from Surrey Panorama. We have the format of the debate to follow tonight. We've got questions from the moderators, 3 questions to each candidate, and the answer time will be 2 minutes for each candidate. The next one we'll have is the face-off round, 1 question to each other and 2 minutes to reply for that. And the next one after that is a common question by the moderator to each candidate, followed by a closing appeal as to why we should vote for this candidate. The response time. Candidates will have a maximum of 2 minutes to answer each question in every round, and the alert buzzer will sound when there are 15 seconds remaining. The final buzzer will sound at the allotted time. Each candidate should complete in response time only. After a candidate's response time, the microphone will automatically turn off. Rules to follow. Candidates are not allowed to be substituted with any other representative in the studio. All mobile phones will be turned off during the debate. Candidates are not allowed to use any offensive language during the debate. In case of any offensive or uncivilized language, your mics will be automatically turned off. Candidates can communicate in English, Punjabi, or Hindi language. FYI Media Group has live and recorded telecast rights of this debate across all platforms. And one more thing, as candidates, please do not interrupt each other when you're speaking. All right, we shall begin. ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਮੈਂ ਦਵਿੰਦਰ ਸਿੰਘ ਬੈਨੀਪਾਲ। ਅੱਜ ਦੀ ਇਸ ਲਾਈਵ ਡਿਬੇਟ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ। ਬਿਲਕੁਲ। ਸੋ ਅੱਜ ਜਿਹੜਾ ਦੂਜਾ ਰਾਉਂਡ ਹੈਗਾ ਉਹਦੀ ਸ਼ੁਰੂਆਤ ਕਰਦੇ ਹਾਂ। ਪਹਿਲਾ ਕੁਐਸਚਨ ਮੇਰਾ ਜਿਨੀ ਤੋਂ ਹੋਵੇਗਾ। ਜਿਨੀ, ਤੁਸੀਂ 3 ਸਾਲ ਤੋਂ MLA ਹੈਗੇ ਹੋ ਸਰੀ ਪੈਨੋਰਾਮਾ ਦੇ। 3 ਸਾਲ ਲੋਕਾਂ ਨੇ ਤੁਹਾਨੂੰ ਟਾਈਮ ਦਿੱਤਾ ਕਿ ਤੁਸੀਂ ਲੋਕਾਂ ਦੀ ਆਵਾਜ਼ ਬਣੋ। ਤੁਸੀਂ 3 ਸਾਲਾਂ ਦੇ ਵਿੱਚ ਅਜਿਹੇ ਕਿਹੜੇ ਕੰਮ ਕੀਤੇ ਕਿ ਲੋਕ ਫਿਰ ਤੋਂ ਤੁਹਾਡੇ ਤੇ ਵਿਸ਼ਵਾਸ ਕਰਨ? ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਤੁਸੀਂ ਸਾਨੂੰ ਮੌਕਾ ਦਿੱਤਾ ਇੱਥੇ ਆ ਕੇ ਡਿਬੇਟ ਕਰਨ ਦਾ। ਤੇ ਮੈਨੂੰ ਬਹੁਤ ਗਰਵ ਹੈਗਾ ਵੀ ਪਿਛਲੇ 3 ਸਾਲਾਂ ਦੇ ਵਿੱਚ 80% ਜਿਹੜੀ ਸਾਡੀ ਪਲੇਟਫਾਰਮ ਸੀਗੀ ਅਸੀਂ ਉਹਨੂੰ ਪੂਰੀ ਕੀਤਾ। ਜੇ ਮੈਂ ਸਰੀ ਦੇ ਵਿੱਚ ਦੇਖਦੀ ਹਾਂ, ਸਾਡੇ ਟੋਲਸ ਵੀ ਚੱਲ ਗਏ ਆ। ਸਾਡਾ ਕੱਲਾ ਸੂਬਾ ਸੀਗਾ ਜਿੱਥੇ ਟੋਲਸ ਸੀਗੇ। MSP premiums have gone. We've got 2 urgent care centres. We've got a Roshni clinic, South Asian based clinic for drug addictions and things. 18 ਸਕੂਲ ਪ੍ਰੋਜੈਕਟਸ ਚੱਲ ਰਹੀਆਂ ਸਰੀ ਵਿੱਚ, ਜਿਹਦੇ ਉੱਪਰ 403 ਮਿਲੀਅਨ ਤੋਂ ਉੱਪਰ ਡਾਲਰ ਖਰਚ ਹੋ ਰਿਹਾ ਆ। ਹਸਪਤਾਲ ਦੀ ਜਿਹੜੀ ਪਲਾਨਿੰਗ ਸੀਗੀ ਉਹ ਹੁਣ ਬਿਜ਼ਨਸ ਪਲਾਨ ਤੱਕ ਆ ਗਈ ਆ। ਜ਼ਮੀਨ ਵੀ ਹੈਗੀ ਆ, ਬਜਟ ਵੀ ਪਈ ਆ। ਹੁਣ ਸਿਰਫ ਉਹਦੀ ਜਦੋਂ ਕੰਟਰੈਕਟਿੰਗ ਆਊਟ ਹੋਊਗੀ ਤਾਂ ਫਿਰ ਕੰਮ ਸ਼ੁਰੂ ਹੋਊਗਾ। ਜਦੋਂ ਮੈਂ ਦੇਖਦੀ ਆ ਅਫੋਰਡੇਬਿਲਿਟੀ ਇਸ਼ੂਜ਼ ਤੇ, ਉਹਦੇ ਵਿੱਚ ਅਸੀਂ ਕਾਫੀ ਜਿਹੜਾ ਛਾਲ ਖੈਲ ਦਾ ਮੁੱਦਾ ਸੀਗਾ ਉਹ ਅਸੀਂ ਕਮਿਟਮੈਂਟ ਕੀਤੀ ਸੀਗੀ। ਉਹਦੇ ਵਿੱਚ ਸਿਰਫ ਸਰੀ ਪੈਨੋਰਾਮਾ ਦੇ ਵਿੱਚ ਜਿਹੜੇ ਪੇਰੈਂਟਸ ਰਹਿੰਦੇ ਆ ਉਹਨਾਂ ਦੀ ਜੇਬਾਂ ਦੇ ਵਿੱਚ $9 ਮਿਲੀਅਨ ਵਾਪਸ ਗਏ। ਉਹਨਾਂ ਦੇ ਨਾਲ ਉਹਨਾਂ ਦੇ ਘਰ ਸੰਭਾਲਣ ਨੂੰ ਉਹਨਾਂ ਦੀ ਥੋੜੀ ਕੁ ਮਦਦ ਹੋਈ ਆ। ਤੇ ਜਦੋਂ ਵੀ ਮੈਂ ਸੋਚਦੀ ਆ ਵੀ ਪਿਛਲੇ 3 ਸਾਲਾਂ ਦੇ ਵਿੱਚ ਜਿਹੜੇ ਕੰਮ ਸਾਡੀ ਸਰਕਾਰ ਨੇ ਕੀਤੇ ਆ, ਮੈਨੂੰ ਬਹੁਤ ਗਰਵ ਹੈਗਾ ਆ। ਕਿਉਂਕਿ ਜਦੋਂ ਮੈਂ ਖੜੀ ਹੋਈ ਸੀਗੀ ਮੈਨੂੰ ਇਹੋ ਹੀ ਸੀਗਾ ਵੀ ਅਸੀਂ ਸਰੀ ਲਈ ਜਿਹੜੇ ਪਿਛਲੇ 16 ਸਾਲ ਲਈ ਸਾਡੇ ਆਉਣ ਤੋਂ ਪਹਿਲਾਂ ਇੰਨੀ ਵੱਡੀ ਨਿਗਲੈਕਟ ਤੇ ਥੱਲੇ ਸੀਗੀ, ਜਦੋਂ ਸਾਰੇ ਲੋਕ ਕਹਿੰਦੇ ਹੁੰਦੇ ਸੀਗੇ ਵੀ ਸਰਕਾਰਾਂ ਇੱਥੇ ਆਉਂਦੀਆਂ ਜ਼ਰੂਰ ਆ ਪਰ ਸਰੀ ਨੂੰ ਨਹੀਂ ਕੁਛ ਮਿਲਦਾ। ਇਸ ਕਰਕੇ ਜਦੋਂ ਮੈਂ ਸਰੀ ਦੇ ਵਿੱਚ ਡਰਾਈਵ ਅਰਾਊਂਡ ਕਰਦੀ ਹਾਂ, ਜਿਸ ਤਰ੍ਹਾਂ ਕੰਸਟਰਕਸ਼ਨ ਹੋ ਰਿਹਾ, ਸਕੂਲ ਬਣ ਰਹੇ ਆ, ਨਿਊ ਕਲੀਨਿਕਸ ਬਣ ਰਹੀਆਂ ਆ, ਹੁਣ ਬਹੁਤ ਖੁਸ਼ੀ ਹੋਈ ਆ ਵੀ ਗਾਂ ਵੀ ਬਹੁਤ ਕੁਛ ਐਲਾਨ ਕੀਤਾ ਆ ਵੀ, ਪਰ ਉਹਦੀ ਆਪਾਂ ਫੇਰ ਗੱਲ ਕਰਾਂਗੇ। ਇਸ ਵਕਤ ਇੱਕ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੋਈ ਸੀਗੀ ਵੀ ਜਿਹੜਾ ਆਪਣਾ ਹਿਊਮਨ ਰਾਈਟਸ ਕਮਿਸ਼ਨ ਜਿਹੜਾ ਸਰਕਾਰ ਨੇ, ਲਿਬਰਲ ਸਰਕਾਰ ਨੇ 2001 ਦੇ ਵਿੱਚ 2 ਦੇ ਵਿੱਚ ਚੁਕਾ ਦਿੱਤਾ ਸੀਗਾ,
ਜਿਹੜਾ ਹਿਊਮਨ ਰਾਈਟਸ ਕਮਿਸ਼ਨ ਸਾਡੀ ਕਮਿਊਨਿਟੀ ਲਈ ਹੀ ਬਹੁਤ ਹੀ 올 ਮਾਈਨੋਰਿਟੀ ਕਮਿਊਨਿਟੀਜ਼ ਲਈ ਬਹੁਤ ਹੀ ਵੱਡੀ ਚੀਜ਼ ਹੁੰਦੀ ਆ, ਅਸੀਂ ਉਹਨੂੰ ਵਾਪਸ ਲੈ ਕੇ ਆਂਦਾ। ਐਂਟੀ ਰੇਸਿਜ਼ਮ ਤੇ ਵੀ ਕਾਫੀ ਕੰਮ ਕੀਤਾ ਅਸੀਂ। ਜਦੋਂ ਸਾਡੇ ਬੋਰਡਸ ਦੇਖੀਏ, ਜਿਹੜੇ ਗਵਰਨਮੈਂਟ ਦੇ ਬੋਰਡ ਹੁੰਦੇ ਆ ਨਾ, ਉਹਨਾਂ ਬੋਰਡਸ ਤੇ ਡਨ। ਥੈਂਕ ਯੂ। ਸੋ ਡਾਕਟਰ ਚੀਮਾ, ਤੁਹਾਡੇ ਵਾਸਤੇ ਸਵਾਲ ਹੈ ਜੀ। ਤੁਸੀਂ ਪ੍ਰੋਫੈਸ਼ਨਲ ਡਾਕਟਰ ਹੋ, ਫੈਮਿਲੀ ਫਿਜ਼ੀਸ਼ੀਅਨ ਹੋ, ਵੇਖਦੇ ਹਾਂ ਕਿ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ। ਭਾਵੇਂ ਆਪਾਂ ਐਮਰਜੈਂਸੀ ਦੀ ਗੱਲ ਕਰੀਏ, ਹਸਪਤਾਲ ਦਾ ਮੁੱਦਾ ਬਹੁਤ ਲੰਬੇ ਸਮੇਂ ਤੋਂ ਸਰੀ ਕੋਲ ਮੁੱਦਾ ਹੈ। ਬਹੁਤ ਸਾਰੇ ਅਲਟਰਨੇਟਿਵ ਵੀ ਹੋ ਸਕਦੇ ਹੈ, ਐਲੋਪੈਥੀ ਦੇ ਨਾਲ ਨਾਲ ਹੋਮਿਓਪੈਥੀ ਹੋ ਸਕਦੀ ਹੈ, ਨੈਚੁਰੋਪੈਥੀ ਹੋ ਸਕਦੀ ਹੈ। ਜੇਕਰ ਤੁਸੀਂ ਚੁਣ ਕੇ ਵਿਧਾਨ ਸਭਾ ਦੇ ਵਿੱਚ ਜਾਓਗੇ ਕਿ ਤੁਸੀਂ ਜਿਹੜੀਆਂ ਨਾਲ ਦੀਆਂ ਅਲਟਰਨੇਟਿਵ ਥੈਰੇਪੀ ਨੇ ਉਹਨਾਂ ਵਾਸਤੇ ਆਵਾਜ਼ ਬੁਲੰਦ ਕਰੋਗੇ, ਜਾਂ ਸਿਰਫ ਜਿਸ ਫਿਜ਼ੀਸ਼ੀਅਨ ਨੂੰ ਜਾਂ ਫੈਮਿਲੀ ਫਿਜ਼ੀਸ਼ੀਅਨ ਦੇ ਤੌਰ ਤੇ ਤੁਸੀਂ ਕੰਮ ਕਰਦੇ ਹੋ ਐਲੋਪੈਥੀ, ਇਹਦੀ ਵਕਾਲਤ ਕਰੋਗੇ? ਦੇਖੋ, ਪਹਿਲੀ ਗੱਲ ਤੇ ਸਰ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਕਿ ਇਟਸ ਗ੍ਰੇਟ ਟੂ ਬੀ ਹੇਅਰ, ਤੇ ਤੁਹਾਡੇ ਰਸਤੇ ਮੈਂ ਸਰੀ ਪੈਨਾਰਾਮਾ ਦੇ ਲੋਕਾਂ ਨਾਲ ਤੇ ਸਰੀ ਦੇ ਨਿਵਾਸੀਆਂ ਨਾਲ ਮੈਂ ਗੱਲਬਾਤ ਕਰਨਾ ਪਿਆ। ਮੇਰੀ ਉਹਨਾਂ ਨਾਲ ਗੱਲਬਾਤ ਪਿਛਲੇ 27 ਸਾਲ ਤੋਂ ਹੁੰਦੀ ਹੈ, ਜਾਂ ਉਹਨਾਂ ਨਾਲ ਪਰਸਨਲੀ ਗੱਲਬਾਤ ਹੋਈ ਹੈ, ਜਾਂ ਮੈਂ ਉਹਨਾਂ ਨੂੰ ਮਿਲਣਾ ਟੀਵੀ ਦੇ ਰਸਤੇ ਜਾਂ ਸੋਸ਼ਲ ਮੀਡੀਆ ਦੇ ਰਸਤੇ, ਜਾਂ ਮੈਂ ਐਜ਼ ਏ ਵਲੰਟੀਅਰ ਮਿਲਣਾ। ਮੈਂ ਸਾਰੀ ਜਗ੍ਹਾ ਤੇ ਲੋਕਾਂ ਨਾਲ ਬਹੁਤ ਕਨੈਕਟਡ ਹਾਂ। ਮੈਂ ਸਮਝਦਾ ਕਿ ਮੈਂ ਇਸ ਕਮਿਊਨਿਟੀ ਦਾ ਇੱਕ ਬੜਾ ਵੱਡਾ ਹਿੱਸਾ। ਸਵਾਲ ਤੁਹਾਡਾ ਕਿ ਉਸ ਹਿੱਸੇ ਵਿੱਚੋਂ ਇੱਕ ਮੇਰਾ ਰੋਲ ਹੈ ਐਜ਼ ਏ ਫਿਜ਼ੀਸ਼ੀਅਨ, ਉਹ ਮੇਰਾ ਰੋਲ ਹੈਗਾ ਐਜ਼ ਏ ਫੈਮਿਲੀ ਡਾਕਟਰ। ਮੈਂ ਟੀਚ ਵੀ ਕਰਨਾ, ਮੈਂ ਲੋਕਾਂ ਦੇ ਬੱਚੇ ਵੀ ਟ੍ਰੇਨ ਕਰਨਾ, ਮੈਂ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਵੀ ਟ੍ਰੇਨ ਕਰਨਾ। ਉਹ ਸਾਰਾ ਮੇਰਾ ਵਲੰਟੀਅਰ ਕੰਮ ਹੈ। ਉਸ ਵਲੰਟੀਅਰ ਕੰਮ ਦੇ ਵਿੱਚ ਹੁੰਦਿਆਂ ਜਿਸ ਤਰੀਕੇ ਨਾਲ ਮੈਂ ਆਪਣੇ ਆਪ ਨੂੰ ਕੰਡਕਟ ਕੀਤਾ, ਇਹ ਮੈਂ ਸਮਝਿਆ ਸ਼ੁਰੂ ਤੋਂ ਕਿ ਜਿਹੜੀ ਵੀ ਕੋਈ ਅਸੀਂ ਸਰਵਿਸ ਪ੍ਰੋਵਾਈਡ ਕਰਨੇ ਆ, ਜਿਹੜਾ ਕੈਨੇਡਾ ਹੈਲਥ ਐਕਟ ਉਹ ਬੜਾ ਨੈਰੋ ਹੈ। ਉਹਦਾ ਇਸ ਵਕਤ ਉਹਦੀ ਦੋ ਪਹਿਲੂ ਨੇ, ਸਿਰਫ ਹੁੰਦਾ ਵੀ ਜਿਹੜਾ ਡਾਕਟਰ ਦੀ ਫੀ ਤੇ ਜਾਂ ਤੁਹਾਡਾ ਅਕਿਊਟ ਕੇਅਰ ਮੈਡੀਸਨ ਉਹ ਕਰਦੇ ਨੇ ਕਵਰ। ਮੇਰੇ ਮੁਤਾਬਕ ਕਿਉਂਕਿ ਦੁਨੀਆ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਇੱਕ ਮੈਡੀਸਨ ਦੀ ਜਿਹੜੀ ਪ੍ਰੈਕਟਿਸ ਨਹੀਂ ਹੈਗੀ। ਦੁਨੀਆ ਬੜੀ ਵੱਡੀ ਹੋ ਗਈ ਹੈ, ਸਾਰੇ ਜਿਹੜੀਆਂ ਮਿਲੀਅਨਸ ਆਫ ਲੋਕ ਨੇ ਜਿਨ੍ਹਾਂ ਨੂੰ ਆਲਟਰਨੇਟ ਮੈਡੀਸਨ ਨਹੀਂ ਮਿਲਦੀ। ਬਾਕੀ ਮੁਲਕਾਂ ਵਿੱਚ ਉਹਨਾਂ ਦੇ ਬੜੇ ਸੋਹਣੇ ਕੰਮ ਚੱਲਦੇ ਪਏ। ਇੱਥੇ ਵੀ ਪਿਛਲੇ ਮੈਂ ਸਮਝਦਾ ਵੀ 10-15 ਸਾਲ ਦੇ ਵਿੱਚ ਬਹੁਤ ਚੇਂਜ ਆਈ ਹੈ। ਪਹਿਲਾਂ ਸੀ ਸਿਰਫ ਹੀ ਉਹਨਾਂ ਕਹਿਣਾ ਤੁਸੀਂ ਮੈਡੀਕਲ ਸਿਰਫ MD ਜਾਂ ਤੁਸੀਂ MS ਕੋਲ ਜਾਣਾ, ਕਿਸੇ ਕੋਲ ਜਾਣਾ। ਪਰ ਹੁਣ ਜਿਹੜਾ ਪਿਛਲੇ ਕੁਝ ਸਾਲਾਂ ਦਾ ਬਹੁਤ ਚੇਂਜ ਹੋਇਆ। ਜਦੋਂ ਸਾਡੀ ਸਰਕਾਰ ਸੀ ਉਦੋਂ ਅਸੀਂ ਆਕੂਪੰਕਚਰ ਮੈਡੀਸਨ ਬਾਰੇ ਗੱਲ ਕੀਤੀ। ਮੈਂ ਪਰਸਨਲੀ ਬਿਲੀਵ ਕਰਨਾ ਕਿ ਹੋਮਿਓਪੈਥਿਕ, ਐਲੋਪੈਥੀ, ਫਿਜ਼ੀਓਥੈਰੇਪੀ, ਨਰਸ ਪ੍ਰੈਕਟੀਸ਼ਨਰ ਸਾਰਿਆਂ ਦਾ ਬੜਾ ਰੋਲ ਹੈ। ਆਈ ਥਿੰਕ ਵੀ ਨੀਡ ਟੂ ਐਕਸਪੈਂਡ ਇਟ। ਮੇਰਾ ਖਿਆਲ ਹੈ ਕਿ ਜਿਸ ਹਿਸਾਬ ਨਾਲ ਲੋਕਾਂ ਦਾ ਵਿਚਾਰ ਬਦਲਦੇ ਪਏ ਨੇ, ਸਰਵਿਸ ਉਹਨਾਂ ਨੂੰ ਪ੍ਰੋਵਾਈਡ ਕਰਨੀ ਹੈ, ਉਹ ਮਲਟੀ ਫੈਸਟਡ ਚਾਹੀਦੀ ਸਰਵਿਸ। ਉਹਦੀਆਂ ਸਰਵਿਸ ਦਾ ਜਿਹੜਾ ਸਕੋਪ ਆਫ ਮੈਡੀਸਨ ਹੈ ਅਸੀਂ ਉਹ ਬਦਲਾਂਗੇ। ਮੇਰਾ ਖਿਆਲ ਹੈ ਕਿ ਇਹਦੇ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ, ਕਿਉਂਕਿ ਕਿਸੇ ਵੀ ਇੱਕ ਇਨਸਾਨ ਕੋਲੋਂ ਪੂਰਾ ਆਨਸਰ ਨਹੀਂ ਹੈਗਾ। ਐਵਰੀਵਨ ਹੈਜ਼ ਅ ਰੋਲ ਟੂ ਪਲੇ। ਸੋ ਆਈ ਐਮ ਵੈਰੀ ਪਲੀਜ਼ ਟੂ ਆਨਸਰ ਕਿ ਮੈਂ ਇਹਦੇ ਬਾਰੇ ਕੁਛ ਨਾ ਕੁਛ ਜ਼ਰੂਰ ਕਰਾਂਗਾ ਤੇ ਸੋਲਿਡ ਕਰਾਂਗਾ। ਜਿਹੜਾ ਮੈਂ ਵਾਅਦਾ ਕਰਾਂਗਾ ਉਹ ਪੂਰਾ ਕਰਾਂਗਾ। ਥੈਂਕ ਯੂ। ਅਗਲਾ ਕੁਐਸਚਨ ਜਿਨੀ ਤੁਹਾਡੇ ਵਾਸਤੇ ਹੈ। ਸਵਾਲ ਇਹ ਹੈ ਕਿ ICBC ਦੇ ਵਾਸਤੇ ਬਹੁਤ ਸਾਰੇ ਲੋਕ ਨੇ ਜਿਹੜੇ ਤਰਲੇ ਕਰ ਰਹੇ ਆ, ਮਿੰਨਤਾਂ ਕਰ ਰਿਹਾ ਕਿ ਪਿਛਲੀ ਸਰਕਾਰ ਨੇ ਵੀ ਘੱਟ ਨਹੀਂ ਸੀ ਕੀਤੀ, ਉਹ ਚੋਂ ਪੈਸੇ ਕੱਢਦੇ ਰਹੇ। ਤੁਹਾਡੀ ਸਰਕਾਰ ਨੇ ਵੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੋਏਗੀ, ਪਰ ਲੋਕ ਖੁਸ਼ ਨਹੀਂ। ਲਿਬਰਲ ਪਾਰਟੀ ਕਹਿੰਦੀ ਹੈ ਜੇਕਰ ਅਸੀਂ ਆਏ ਤਾਂ ਇਸ ICBC ਦੀ ਮੋਨੋਪੋਲੀ ਖਤਮ ਕਰਾਂਗੇ। ਤੁਹਾਡੀ ਪਾਰਟੀ ਦਾ ਪਲੇਟਫਾਰਮ ਕੀ ਕਹਿੰਦਾ? ਥੈਂਕ ਯੂ ਇਸ ਕੁਐਸਚਨ ਦਾ। ਮੈਨੂੰ ਬਹੁਤ ਖੁਸ਼ੀ ਹੈਗੀ ਆ ਫਿਰ ਵੀ ICBC ਤੇ ਆਪਾਂ ਨੂੰ ਮੌਕਾ ਮਿਲਿਆ ਗੱਲ ਕਰਨ ਦਾ। ICBC ਇੱਕ ਇੰਨੀ ਵੱਡੀ ਚੀਜ਼ ਹੈਗੀ ਆ, ਕਮਾਈ ਹੈਗੀ ਸਾਡੇ BC ਦੇ ਵਿੱਚ, ਜਿਹੜੀ ਡਾਊਨ ਪੈਰਟ ਲੈ ਕੇ ਆਇਆ ਸੀਗਾ ਇਸ ਸੂਬੇ ਦੇ ਵਿੱਚ। ਤੇ ਜਦੋਂ ਲਿਬਰਲ ਸਰਕਾਰ ਸੀਗੀ, ਇਹਨਾਂ ਨੇ ਇੱਕ ਰਿਪੋਰਟ ਲਿਖਾਈ ਸੀਗੀ ਜਿਹਦੇ ਵਿੱਚ ਸਾਫ਼ ਲਿਖਿਆ ਗਿਆ ਸੀਗਾ the best option for British Columbians is ICBC, not private, not mixed. ਸੋ ਪਰ ਜਦੋਂ ਸਾਡੀ ਸਰਕਾਰ ਬਣੀ ਆ, ਤੁਹਾਨੂੰ ਪਤਾ ਹੈ ਵੀ ਜਾਣ ਤੋਂ ਪਹਿਲਾਂ ਲਿਬਰਲ ਸਰਕਾਰ ICBC ਨੂੰ ਖੋਖਲਾ ਕਰ ਗਏ ਸੀਗੇ, ਵਿੱਚੋਂ $1.2 ਬਿਲੀਅਨ ਕੱਢ ਕੇ ਆਪਣੀ ਬੈਲੈਂਸ ਬਜਟ ਕਰਾ ਲਈ। ਪਰ ਇਸ ਕਰਕੇ ਪਿਛਲੇ ਕਈ ਸਾਲਾਂ ਦੇ ਵਿੱਚ, 3 ਸਾਲਾਂ ਦੇ ਵਿੱਚ ਸਾਨੂੰ ਬਹੁਤ ਕੰਮ ਕਰਨਾ ਪਿਆ ਆ। ਉਹਦੇ ਵਿੱਚ ਕਾਫੀ ਸੁਧਾਰ ਵੀ ਲੈ ਆਂਦਾ ਆ। ਹੁਣ ਜਿਹੜੀ ਐਨਹਾਂਸਡ ਬੈਨੀਫਿਟਸ ਆਉਣੀ ਆ, ਉਹਦੇ ਨਾਲ 20% ਰਿਡਕਸ਼ਨ ਹੋ ਜਾਊਗਾ। ਆਮ ਇਨਸਾਨ ਨੂੰ $400 ਰਿਡਕਸ਼ਨ ਮਿਲੂਗਾ ਸਟਾਰਟਿੰਗ ਨੈਕਸਟ ਈਅਰ। ਤੇ ਜਿਹੜੀ ਬੈਨੀਫਿਟਸ ਹੋਣਗੇ, ਹੈਲਥ ਬੈਨੀਫਿਟਸ ਹੋਣਗੇ, ਉਹ ਵੀ ਫਾਰ ਸੁਪੀਰੀਅਰ ਹੋਣਗੇ ਅੱਗੇ ਨਾਲੋਂ। ਤੇ ਮੈਨੂੰ ਇਸ ਗੱਲ ਦੀ ਇਹ ਵੀ ਖੁਸ਼ੀ ਹੈਗੀ ਆ ਵੀ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ, ਕਰਕੇ ਸਟੱਡੀ ਵੀ ਕੀਤਾ ਆ। ਲਿਬਰਲ ਦੀ ਆਪਣੀ ਰਿਪੋਰਟ ਵੀ ਕਹਿੰਦੀ ਆ ਵੀ ਮਿਕਸਡ ਪ੍ਰਾਈਵੇਟ ਐਂਡ ਪਬਲਿਕ ਇਜ਼ ਨਾਟ ਗੁੱਡ।
ਤੇ ਇਸ ਤਰ੍ਹਾਂ ਦਾ ਜਿਹੜਾ ਕਹਿੰਦੇ ਵੀ ਕੰਪੀਟੀਸ਼ਨ ਲਿਆਉਣਾ ਆ, ਇਹ ਤਾਂ ਇੱਕ ਬਹਾਨਾ ਹੁੰਦਾ ਆ ਪ੍ਰਾਈਵੇਟਾਈਜ਼ ਕਰਨ ਦਾ ਆ। ਅਸੀਂ ਦੇਖਿਆ ਸੀਗਾ ਵੀ ਜਦੋਂ ਇਹਨਾਂ ਨੇ ਪ੍ਰਾਈਵੇਟਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਸੀਨੀਅਰਸ ਕੇਅਰ ਥਰੂ ਅਟੈਕ ਔਨ ਦੀ ਲੌਂਗ ਟਰਮ ਕੇਅਰ ਵਰਕਰਸ, ਉਹਦੇ ਵਿੱਚ ਕਿੰਨਾ ਬੁਰਾ ਹਾਲ ਹੋ ਗਿਆ ਸੀਗਾ। ਅਸੀਂ ਨਹੀਂ ਚਾਹੁੰਦੇ ਉਹ ਇੱਥੇ ਹੋਵੇ। ਅਸੀਂ ਦੇਖਿਆ ਪ੍ਰਾਈਵੇਟ ICBC ਪ੍ਰਾਈਵੇਟ ਕਾਰ ਇੰਸ਼ੋਰੈਂਸ ਦਾ ਅਸਰ ਬਰੈਂਪਟਨ ਦੂਸਰੇ ਸੂਬਿਆਂ ਵਿੱਚ, ਜਿੱਥੇ ਜਿਹੜੇ ਯੰਗ ਲੋਕ ਆ ਬਾਜ ਵੇਲੇ ਉਹਨਾਂ ਨੂੰ ਇੰਸ਼ੋਰੈਂਸ ਦਿੰਦੇ ਵੀ ਨਹੀਂ ਗਏ ਹੈਗੇ। ਸੋ ICBC ਰਹੂਗੀ, ਪਰ ਸੁਧਾਰ ਲੈ ਕੇ ਆਉਂਗੇ। ਥੈਂਕ ਯੂ। ਥੈਂਕ ਯੂ ਸੋ ਮਚ। ਸੋ ਮੇਰਾ ਕੁਐਸਚਨ ਡਾਕਟਰ ਚੀਮਾ ਤੁਹਾਨੂੰ ਹੈਗਾ ਆ ਕਿ ਹੁਣ ਲਿਬਰਲ ਸਰਕਾਰ ਦੇ ਵੱਲੋਂ ਤੁਸੀਂ ਚੋਣ ਲੜ ਰਹੇ ਹੈਗੇ ਹੋ, ਪਲੇਟਫਾਰਮ ਜਿਹੜਾ ਰਿਲੀਜ਼ ਕੀਤਾ ਗਿਆ ਹੈਗਾ, ਪੂਰਾ ਪਲੇਟਫਾਰਮ ਸਾਡੇ ਸਾਹਮਣੇ ਹੈਗਾ, ਉਹਦੇ ਵਿੱਚ ਉਹ ਪਹਿਲੀ ਜਿਹੜੀ ਪ੍ਰੋਮਿਸ ਕੀਤੀ ਗਈ ਸੀ ਕਿ ਅਸੀਂ PST ਹਟਾ ਦੇਵਾਂਗੇ। ਹੁਣ ਜਦੋਂ PST ਹਟੂਗੀ ਤਾਂ ਸਾਨੂੰ 1 ਸਾਲ ਦੇ ਵਿੱਚ ਸ਼ੋਰ ਪੈਸਿਆਂ ਦੀ ਬਚਤ ਹੋਊਗੀ। ਹੁਣ ਦੂਜੇ ਸਾਲ ਦੇ ਵਿੱਚ 3% ਕਰ ਦਿੱਤੀ ਜਾਊਗੀ, ਪਰ ਉਹਦੇ ਨਾਲ ਨਾਲ ਹੈਲਥ ਕੇਅਰ ਦੇ ਉੱਤੇ, ਸਕੂਲਾਂ ਦੇ ਉੱਤੇ ਕਿੰਨੇ ਕੁ ਕੱਟ ਲੱਗਣਗੇ? ਅਜਿਹਾ ਹੋਏਗਾ ਕਿ ਨਹੀਂ? ਦੇਖੋ, ਪਹਿਲੀ ਗੱਲ ਤੇ ਕਿ ਜਿਹੜਾ 7% ਕੱਟ ਕਰਨਾ ਨਾ, ਹੁਣ ਤੁਸੀਂ ਦੋਨੋਂ ਖੜੇ ਹੋ ਇੱਥੇ, ਮੈਂ ਬੈਠਾ ਇੱਥੇ, ਜਿੰਨੀ ਉਰੀ ਬੈਠੇ ਨੇ ਸਾਰੇ, ਅਸੀਂ ਸਾਰਾ ਕੁਝ ਸਮਾਨ ਖਰੀਦਿਆ ਨਾ, ਜੁੱਤੀ ਤੋਂ ਲੈ ਕੇ ਕੱਪੜਿਆਂ ਤੱਕ, ਕਾਰ ਖਰੀਦਣੀ ਹੈ, ਆਪਣਾ ਘਰ ਖਰੀਦਣਾ, ਆਪਣੇ ਰੈਨੋਵੇਸ਼ਨ ਕਰਨੀ ਹੈ, ਹਰ ਚੀਜ਼ ਵਾਸਤੇ ਜਦੋਂ ਜਾਂਦੇ ਆ 7% ਅਸੀਂ ਪੇ ਕਰਨੇ ਆ। ਆਈ ਬਲੀਵ ਕਿ ਉਹਦੇ ਨਾਲ ਜਦੋਂ ਆਪਾਂ ਇਹਨੂੰ ਲੋਕਾਂ ਨੂੰ 7% ਮਾਫ ਕਰਨਾ, ਉਹ ਜ਼ਿਆਦਾ ਪੈਸਾ ਖਰਚ ਕਰਨਗੇ, ਪੈਸਾ ਵਾਪਸ ਆਏਗਾ। ਸੋ ਜਿਹੜਾ ਇਹਦਾ ਪੈਸੇ ਦੇ ਨਾਲ ਨਾਲ ਕੱਲਾ ਉਹ ਨਹੀਂ ਇੱਕ ਹੈਗਾ ਮੇਜਰ। ਕੋਈ ਵੀ ਜਿਹੜੀ ਇਕਨੋਮੀ ਇੱਕ ਗਲਤ ਨਹੀਂ ਚੱਲਦੀ। ਜਿਹੜਾ ਸਮਾਲ ਬਿਜ਼ਨਸ ਦਾ ਟੈਕਸ ਉਹ ਵੀ ਅਸੀਂ ਕਰਨਾ ਘੱਟ। ਇਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਗੱਲ ਕੀਤੀ ਹੈ, ਉਹ ਵੀ ਬੜੀ ਇਹਨਾਂ ਨੇ ਗਲਤ ਗੱਲ ਕੀਤੀ ਹੈ ਕਿ ਜਿਹੜੀ ICBC ਹੈ ਨਾ, ਉਹਨੂੰ ਤੋੜਨਾ ਨਹੀਂ, ਉਹਦਾ ਕੰਪੀਟੀਸ਼ਨ ਅਸੀਂ ਬਣਾ ਰਹੇ ਹਾਂ। ਉਹਦੇ ਨਾਲ ਇਹ ਹੋਣਾ ਕਿ ਜਿਹੜੇ ਬੱਚੇ ਨੇ, ਜਿਸ ਤਰ੍ਹਾਂ ਇਹਨਾਂ ਨੇ ਟੋਲ ਜਿਹੜਾ ਸੀ ਨਾ ਉਹਦੇ ਕਰਤਾ ਫ੍ਰੀ, ICBC ਦੇ ਪੈਸੇ ਸਾਰੇ ਕਰਤੇ ਸ਼ਿਫਟ। ਉਹ ਜਿਹੜੇ ਪੈਸੇ ਸ਼ਿਫਟ ਕੀਤੇ ਨੇ, ਫॉर ਐਗਜ਼ਾਮਪਲ ਜੇ ਤੁਸੀਂ ਜਿਸ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਕੋਈ ਬੱਚਾ, ਕੋਈ 18 ਸਾਲ ਦਾ, ਉਹਨੇ ਕਾਰ ਆਪਣੀ ਲਈ ਹੈ $4-5 ਹਜ਼ਾਰ ਦੀ ਕਾਰ, ਉਹਨੂੰ $2 ਜਾਂ $3,000 ਦੀ ਇੰਸ਼ੋਰੈਂਸ ਹੈ। ਕੈਨ ਯੂ ਇਮੈਜਿਨ ਵੀ 3 ਬੱਚੇ ਨੇ, $8 ਤੋਂ $9,000 ਉਹਨਾਂ ਦੀ ਇੰਸ਼ੋਰੈਂਸ, ਸੀਨੀਅਰ ਦੀ ਇੰਸ਼ੋਰੈਂਸ ਵਧੀ ਹੈ। ਸੋ ਜਿਹੜਾ ਇਹਨਾਂ ਨੇ ਗੱਲ ਕੀਤੀ, ਇਹਦੇ ਨਾਲ ਇਕਨੋਮੀ ਸਾਰੀ ਡਾਊਨ ਹੋਣੀ ਹੈ। ਅਸੀਂ ਚਾਹੁੰਦੇ ਹਾਂ ਵੀ ਜਿਹੜੀ ਇਕਨੋਮੀ, ਜਿਹੜੀ ਲੋਕਾਂ ਦਾ ਕੌਨਫੀਡੈਂਸ ਵਧੇ। ਵੀ ਆਰ ਦਾ ਪਾਰਟੀ ਵੀ ਬਿਲਡ ਦਾ ਪ੍ਰੋਵਿੰਸ, ਵੀ ਬਿਲਡ ਰੋਡਸ, ਵੀ ਬਿਲਡ ਇਨਫਰਾਸਟਰਕਚਰ, ਵੀ ਆਰ ਗੋਇੰਗ ਟੂ ਬਿਲਡ ਬ੍ਰਿਜਸ, ਐਂਡ ਆਈ ਥਿੰਕ for the last 16 years before they came to power, we built 14 hospitals. They have built 0. I think their promises are very shallow. They continue to promise things which are not going to happen. And I believe that this member, who has been there for the last 3.5 years, has not done her job very effectively. क्यों नहीं, मैं क्यों कह रहा, इन्हां दी रिस्पैक्ट करना, पर्सनली मेरे उन्हां नाल कोई इशू नहीं, बट जिस मैंबर की इन्वेस्टिगेशन हुई है 9 months, उस मैंबर वो इफेक्टिव किदां हो सकता जे इन्हां दी बिल्कुल क्लीयर सन ते इन्हां नूं प्रीमियम ने वापस क्यों नहीं लिया? थैंक यू जी। जी नहीं, मेरा क्वेश्चन तुहाडे तो अफोर्डेबिलिटी नूं लैके आ। अफोर्डेबिलिटी दा इशू बहुत वड्डा इशू हैगा। हुण जदों असीं घरां दी गल करदे हां, हाउसिंग अफोर्ड करना साडे हत्थ तो बाहर हो चलिया। तुहाडी गवर्नमेंट आई तां उन्हां ने स्पैकुलेशन टैक्स लगा दिता, फिर उन्हां ने जिहड़े फॉरेन बायर सी उहदे ते टैक्स लगा दिता। ਉਹ ਟੈਕਸ ਲਗਾਉਣ ਤੋਂ ਬਾਅਦ ਵੀ ਕੀ ਅਸੀਂ ਅਫੋਰਡੇਬਲ ਘਰ ਕਰ ਪਾਏ? ਲੋਕਾਂ ਨੂੰ ਉਹਦੇ ਨਾਲ ਜਿਹੜੇ ਟੈਕਸ ਲਗਾਏ ਸੀ ਉਹਦੇ ਨਾਲ ਆਮ ਜਨਤਾ ਨੂੰ ਕੀ ਫਾਇਦਾ ਹੋਇਆ? ਥੈਂਕ ਯੂ ਫॉर दैट ਕੁਐਸਚਨ। ਤੇ ਪਹਿਲਾਂ ਮੈਂ ਜਵਾਬ ਦੇਣਾ ਚਾਹੁੰਦੀ ਹਾਂ। ਹਿਊਮਨ ਰਿਸੋਰਸ ਐਲੀਗੇਸ਼ਨਸ ਲੱਗੇ ਸੀ, ਉਹਦਾ ਇਨਵੈਸਟੀਗੇਸ਼ਨ ਥਰੋਲੀ ਹੋਇਆ ਸੀ, ਤੇ ਜੋ ਕੁਝ ਬਾਹਰ ਆਇਆ ਸੀਗਾ ਉਸ ਵਕਤ ਵੈਰੀ ਕਲੀਅਰਲੀ ਵੀ ਐਵਰੀ ਐਲੀਗੇਸ਼ਨ ਵਾਸ ਵਿਦਆਊਟ ਬੇਸਿਸ। ਐਂਡ ਆਫ ਸਟੋਰੀ। ਇਸ਼ੂਜ਼ ਤੇ ਡਿਬੇਟ ਕਰੋ, ਆਪਾਂ MLA ਲਈ ਖੜੇ ਹੋਣ ਲੱਗੇ ਆ। ਸੋ ਲੈਟਸ ਡੀਲ ਵਿਦ ਦ ਫੈਕਟਸ। ਫੈਕਟਸ ਇਹ ਹੈਗੇ ਆ ਵੀ ਅੰਡਰ ਦ ਲਿਬਰਲਸ ਦੇ ਅਲਾਉਡ ਮਨੀ ਲਾਂਡਰਿੰਗ ਟੂ ਗੋ ਔਨ। ਜਦੋਂ ਅਸੀਂ ਕਸੀਨੋ ਦੀਆਂ ਮੂਵੀਆਂ ਦੇਖਦੇ ਆ, ਇਹਨਾਂ ਨੂੰ ਪਤਾ ਵੀ ਸੀਗਾ ਬੈਗ ਭਰ ਪੈਸਿਆਂ ਦੇ ਆਉਂਦੇ ਹੁੰਦੇ ਸੀ, ਅੰਦਰ ਜਾਂਦੇ ਸੀ, ਬਾਹਰ ਜਾਂਦੇ ਹੁੰਦੇ ਸੀਗੇ। ਤੇ ਲਿਬਰਲ ਸਰਕਾਰ ਨੇ ਕੀ ਕੀਤਾ ਸੀਗਾ? ਇਹਨਾਂ ਨੇ ਕੀ ਕੀਤਾ, ਉਹ ਜਿਹੜੀ ਇਨਵੈਸਟੀਗੇਸ਼ਨ ਯੂਨਿਟ ਹੁੰਦੀ ਸੀ, ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ, ਉਹਨੂੰ ਖਤਮ ਕਰ ਦਿੱਤਾ, ਡਿਸਬੈਂਡ ਕਰ ਦਿੱਤਾ ਵੀ ਇਨਵੈਸਟੀਗੇਸ਼ਨ ਨਾ ਹੋਵੇ। ਉਹ ਜਿਹੜੀ ਫੋਰਨ ਮਨੀ ਆ ਰਹੀ ਸੀਗੀ, ਮਨੀ ਲਾਂਡਰਿੰਗ, ਉਹਦੇ ਨਾਲ ਘਰਾਂ ਦੀਆਂ ਪ੍ਰਾਈਸਿਸ ਇੱਦਾਂ ਵੱਧ ਗਈਆਂ। 2 ਸਾਲਾਂ ਦੇ ਵਿੱਚ ਐਵਰੇਜ ਘਰ ਦੀ ਪ੍ਰਾਈਸ ਵੈਨਕੂਵਰ ਦੇ ਵਿੱਚ 6 ਲੱਖ ਦੀ ਵੱਧ ਗਈ, 600,000 ਦੀ ਵੱਧ ਗਈ। ਅਸੀਂ ਹੁਣ ਆਪਾਂ ਜ਼ਰੂਰ ਕਹਿੰਦੇ ਵੀ ਹਾਲੇ ਵੀ 0 ਨਹੀਂ ਹੋਈ, ਬਟ ਪਿਛਲੇ 3 ਸਾਲਾਂ ਦੇ ਵਿੱਚ 3 or 4% ਵਧੀ ਆ। ਪਰ ਹੱਲ ਹੋਇਆ ਆ। ਕਿਉਂ ਹੋਇਆ? ਕਿਉਂਕਿ ਅਸੀਂ 30 ਪੁਆਇੰਟ ਇੱਕ ਪਲਾਨ ਬਣਾਇਆ ਸੀਗਾ, ਜਿਹੜਾ ਅਸੀਂ ਚਾਲੂ ਰੱਖਿਆ ਆ। ਸਭ ਤੋਂ ਪਹਿਲਾਂ
ਜਿਹੜੀ ਮਨੀ ਲਾਂਡਰਿੰਗ ਹੋ ਰਹੀ ਸੀਗੀ ਉਹਦੇ ਤੇ ਲਾਈਟ ਸ਼ਾਈਨ ਕਰਕੇ ਸਪੈਸ਼ਲ ਕਮਿਸ਼ਨ ਚੱਲ ਰਿਹਾ ਆ, ਕਾਫੀ ਰੁਕਾਵਟਾਂ ਵੀ ਲਾਈਆਂ ਆ। ਤੇ ਦੂਸਰਾ ਕੰਮ ਹੈ ਜਿਹੜਾ ਸਪੈਕੂਲੇਸ਼ਨ ਸੀਗਾ ਟੈਕਸ, ਉਹਦੇ ਨਾਲ ਬਹੁਤ ਸਾਰੇ ਘਰ ਜਿਹੜੇ ਅੱਗੇ ਖਾਲੀ ਪਏ ਸੀਗੇ ਹੁਣ ਉਹਨਾਂ ਦੇ ਵਿੱਚ ਕਿਰਾਏਦਾਰ ਰਹਿੰਦੇ ਆ, ਲੋਕਾਂ ਨੂੰ ਘਰ ਮਿਲਿਆ ਰਹਿਣ ਲਈ। ਤੇ ਨਾਲੇ ਉਹਦੇ ਨਾਲ ਜਿਹੜੇ ਫੋਰਨ ਇਨਵੈਸਟਮੈਂਟ ਸੀਗੀ, ਜਿਹੜੀ ਸਿਫਟ ਮਨੀ ਲਾਂਡਰਿੰਗ ਹੋ ਰਹੀ ਸੀਗੀ, ਉਹ ਥੋੜੀ ਘੱਟ ਹੋ ਗਈ ਆ। ਤੇ ਆਪਾਂ ਜੇ ਦੇਖੀਏ ਪ੍ਰਾਈਸ ਫਲੈਟ ਨਹੀਂ ਹੋਈ, ਪਰ ਅੱਗੇ ਵਾਂਗੂ 40-50% ਨਹੀਂ ਵੱਧ ਰਹੀ, ਤੇ ਇਟ ਇਜ਼ ਕਮਿੰਗ ਅੰਡਰ ਕੰਟਰੋਲ। ਥੋੜਾ ਕੰਮ ਕੀਤਾ ਆ, ਹਾਲੇ ਬਹੁਤ ਸਾਰਾ ਕਰਨ ਵਾਲਾ ਆ, ਮੈਨੂੰ ਪਤਾ ਅਸੀਂ ਕਰ ਸਕਦੇ ਹਾਂ। ਥੈਂਕ you ਯੂ so much. ਡਾਕਟਰ ਚੀਮਾ, ਇਸ ਰਾਉਂਡ ਦਾ ਆਖਰੀ ਸਵਾਲ ਹੈ ਤੁਹਾਡੇ ਵਾਸਤੇ। ਹੁਣੀ ਜ਼ਿਕਰ ਹੋ ਰਿਹਾ ਸੀ ਹਿਊਮਨ ਰਾਈਟਸ ਕਮਿਸ਼ਨ ਦਾ, ਕਿਉਂਕਿ ਕੈਨੇਡਾ ਮੁਲਕ ਨੂੰ ਜੇ ਕਹੀਏ ਤੇ ਮਨੁੱਖੀ ਹੱਕਾਂ ਦਾ ਇਹ ਝੰਡਾ ਬਰਦਾਰ ਮੁਲਕ ਹੈ ਤੇ ਉਹਦਾ ਇੱਕ ਸੂਬਾ ਅਸੀਂ ਹਾਂ। ਤੁਸੀਂ ਐਮਐਲਏ ਵੀ ਰਹੇ, ਵਿਧਾਇਕ ਵੀ ਰਹੇ, ਬਿੱਲ ਵੀ ਆਇਆ ਤੇ ਉਸ ਨੂੰ ਐਲੀਮੀਨੇਟ ਵੀ ਕੀਤਾ ਗਿਆ। ਤੁਸੀਂ ਇਹ ਦੱਸੋ ਕਿ ਉਸ ਹਿਊਮਨ ਰਾਈਟਸ ਕਮਿਸ਼ਨ ਨੂੰ ਭੰਗ ਕਰਨ ਵਿੱਚ ਤੁਸੀਂ ਹਾਂ ਪੱਖੀ ਰੋਲ ਅਦਾ ਕੀਤਾ ਸੀ ਜਾਂ ਨਾ ਪੱਖੀ ਰੋਲ ਅਦਾ ਕੀਤਾ ਸੀ? ਜੇ ਹੁਣ ਤੁਹਾਡੀ ਸਰਕਾਰ ਦੁਬਾਰਾ ਆਉਂਦੀ ਹੈ, ਐਨਡੀਪੀ ਸਰਕਾਰ ਨੇ ਉਹ ਕਮਿਸ਼ਨ ਦੁਬਾਰਾ ਸਥਾਪਿਤ ਕਰ ਦਿੱਤਾ, ਕੀ ਦੁਬਾਰਾ ਉਹ ਭੰਗ ਹੋਊਗਾ ਜਾਂ ਤੁਸੀਂ ਹਮਾਇਤ 'ਚ ਰਹੋਗੇ? ਦੇਖੋ, ਪਹਿਲੀ ਗੱਲ ਤੇ ਵੀ ਜਿਹੜਾ ਹਿਊਮਨ ਰਾਈਟਸ ਦੇ ਇਸ਼ੂ, ਜੀ, ਮੇਰੀ ਲਾਈਫ ਜਿਹੜੀ ਹੈ ਪੂਰੀ 40 ਸਾਲ ਕੈਨੇਡਾ ਵਿੱਚ ਇਹਨਾਂ ਗੱਲਾਂ ਦੀ ਫਾਈਟ ਵਸੇ ਹੋਈ ਹੈ। ਜੀ, ਜਿਸ ਸਮੇਂ ਦੇ ਵਿੱਚ 1988 ਦੇ ਵਿੱਚ ਜਦੋਂ ਕਿ ਸਾਡੇ ਲੋਕ ਡਰ ਕੇ ਬਹਿੰਦੇ ਸੀ, ਆਪਣੇ ਲੋਕਾਂ ਦੀ ਬੜੀਆਂ ਗੱਲਾਂ ਹੁੰਦੀਆਂ ਸੀ, ਮੈਂ ਇਕੱਲਾ ਖੜਾ ਹੁੰਦਾ ਸੀ ਮੈਦਾਨ ਦੇ ਵਿੱਚ ਜਾ ਕੇ ਆਪਣੀਆਂ ਗੱਲਾਂ ਕਰਨੀਆਂ, ਆਪਣੇ ਲੋਕਾਂ ਦੀ ਹਿਸਟਰੀ ਦੱਸਣੀ, ਟ੍ਰੈਡੀਸ਼ਨ ਦੱਸਣਾ, ਆਪਣੇ ਕਲਚਰ ਦੀ ਪ੍ਰਮੋਸ਼ਨ ਕਰਨੀ। ਐਜ਼ ਅ ਫੈਮਿਲੀ ਵੀ ਸਟੂਡ ਦੇਅਰ ਇਨ ਸਸਕੈਚੁਅਨ ਔਰ ਇਨ ਮੈਨੀਟੋਬਾ। ਜਿਹੜੀ ਗੱਲ ਤੁਸੀਂ ਕਹਿ ਰਹੀ ਹੈ 2001 ਦੀ ਗੱਲ ਤੁਹਾਡੀ ਕਰ ਰਹਾ, ਉਹ ਸਾਡੀ ਜਿਹੜਾ ਉਸ ਸਮੇਂ ਪਾਰਟੀ ਦਾ ਸੀ ਪਲੇਟਫਾਰਮ, ਉਹਦੇ ਜਿਹੜੇ ਸਾਰੇ ਰੂਲ ਫਾਲੋ ਅਸੀਂ ਕੀਤੇ, ਪਲੱਸ ਜਿਹੜਾ ਹਿਊਮਨ ਰਾਈਟਸ ਕਮਿਸ਼ਨ ਦੇ ਬਾਅਦ ਹਿਊਮਨ ਰਾਈਟਸ ਟ੍ਰਿਬਿਊਨਲ ਬਣੇ, ਉਹਦੇ ਨਾਲ ਮੇਰੇ ਹਿਸਾਬ ਨਾਲ ਕੋਈ 19-21 ਦਾ ਫਰਕ ਸੀ। ਪਰ ਜਦੋਂ ਵੀ ਕੋਈ ਇੰਪਰੂਵਮੈਂਟ ਹੁੰਦੀ ਹੈ ਉਹਦੇ ਮੈਂ ਉਸ ਚੀਜ਼ ਨੂੰ ਐਪਰੀਸ਼ੀਏਟ ਕਰਨਾ। ਜਦੋਂ ਜੇ ਸਾਨੂੰ ਲੋਕ ਹੁਣ ਪਾਣਗੇ ਵੋਟਾਂ, ਸਰਕਾਰ ਬਣੇਗੀ, ਉਸ ਚੀਜ਼ ਨੂੰ ਅਸੀਂ ਬਿਲਕੁਲ ਨਹੀਂ ਛੇੜਨਾ। ਸੋ ਜਿਹੜੇ ਹਿਊਮਨ ਰਾਈਟਸ ਨੇ, ਫੰਡਾਮੈਂਟਲ ਸਾਡੇ ਵਾਸਤੇ ਰਾਈਟਸ ਨੇ, ਜਾਂ ਹੁਣ ਤੁਹਾਡੇ ਵਰਕਰ ਦੇ ਰਾਈਟਸ, ਜਾਂ ਫਿਜ਼ੀਸ਼ੀਅਨ ਦੇ ਰਾਈਟਸ, ਜਾਂ ਬਿਜ਼ਨਸ ਦੇ ਰਾਈਟਸ, ਕਿਸੇ ਤਰ੍ਹਾਂ ਦੇ ਰਾਈਟਸ ਹੋਣ, ਜਦੋਂ ਇੱਕ ਵੀ ਇਨਸਾਨ ਦਾ ਰਾਈਟ ਤੇ ਕੋਈ ਧੱਬਾ ਲੱਗਦਾ ਉਹ ਗੜਬੜ ਹੁੰਦੀ ਹੈ। ਸੋ ਉਹ ਸਾਡੇ ਵਾਸਤੇ ਸਾਰਿਆਂ ਵਾਸਤੇ ਬੜਾ ਇੰਪੋਰਟੈਂਟ ਹੈ। ਸੋ ਉਸ ਚੀਜ਼ ਦੀ ਤੇ ਮੈਂ ਬਿਲਕੁਲ ਉਸ ਤੇ ਸਟੈਂਡ ਕਰਨਾ, ਕਿਉਂਕਿ ਮੈਂ ਸਮਝਣਾ ਵੀ ਜਿਹੜਾ ਇਨਸਾਨੀ ਹੱਕ ਨੇ ਨਾ ਉਹ ਬਹੁਤ ਇੰਪੋਰਟੈਂਟ ਨੇ। ਮੇਰੀ ਜਿਹੜੀ ਫੈਮਿਲੀ ਦੀ ਹਿਸਟਰੀ ਹੈ, ਅਸੀਂ 47 ਵੀ ਵੇਖਿਆ, ਅਸੀਂ 65 ਵੇਖਿਆ, 71 ਵੀ ਵੇਖਿਆ, 1984 ਵੀ ਵੇਖਿਆ। ਸਾਨੂੰ ਪਤਾ ਕਿ ਜਿਹੜੀ ਹਿਊਮਨ ਰਾਈਟਸ ਹੈ ਜਦੋਂ ਵਾਇਲੇਸ਼ਨ ਹੁੰਦੀ ਹੈ, ਇਨਸਾਨ ਕਿੱਦਾਂ ਆਪਣੇ ਮੁਲਕ ਵਿੱਚ ਕਿਸ ਤਰ੍ਹਾਂ ਉਹ ਰਿਫਿਊਜੀ ਬਣਦਾ, ਕਿਸ ਤਰ੍ਹਾਂ ਤੁਸੀਂ ਉਹਨਾਂ ਗੱਲਾਂ ਨੂੰ ਡੀਲ ਕਰਦੇ ਹੋ। ਸੋ ਹਿਊਮਨ ਰਾਈਟਸ ਬਾਰੇ ਮੈਂ ਸਮਝਣਾ ਵੀ ਤੁਹਾਡਾ ਬਹੁਤ ਇੰਪੋਰਟੈਂਟ ਸਵਾਲ ਹੈ। ਲੋਕਾਂ ਨੂੰ ਮੇਰਾ ਪਤਾ ਵੀ ਮੈਂ ਹਮੇਸ਼ਾ ਖੜਾ, ਕਈ ਵਾਰੀ ਮੈਂ ਇਕੱਲਾ ਹੋਣਾ ਖੜਾ, ਕਈ ਵਾਰੀ ਮੈਨੂੰ ਇਕੱਲੇ ਜਾ ਕੇ ਗੱਲ ਕਰਨੀ ਪੈਂਦੀ ਹੈ, ਉਹੀ ਮੈਂ ਗੱਲ ਕਰਨਾ ਅੰਦਰ, ਉਹੀ ਗੱਲ ਮੈਂ ਬਾਹਰ ਕਰਨੀ ਹੈ, ਉਹੀ ਮੇਰੀ ਫੈਮਿਲੀ ਗੱਲ ਕਰਦੀ ਹੈ, ਉਹ ਮੈਂ ਕਮਿਊਨਿਟੀ ਦੇ ਨਾਲ ਖੜਾ। ਹਿਊਮਨ ਰਾਈਟਸ ਵਾਸਤੇ ਮੈਂ ਹਮੇਸ਼ਾ ਐਮਐਲਏ ਹੋਵਾਂ ਜਾਂ ਨਾ ਹੋਵਾਂ, ਡਾਕਟਰ ਹੋਵਾਂ ਜਾਂ ਨਾ ਹੋਵਾਂ, ਇਹ ਮੇਰਾ ਹੱਕ ਬਣਦਾ। ਮੈਂ ਲੋਕਾਂ ਦੇ ਨਾਲ ਖੜਾ, ਪੂਰੇ ਜ਼ੋਰ ਦੇ ਨਾਲ ਖੜਾ। Thank you so much. And now we will have the face-off round where candidates will ask each other a question, and it is limited to 2 minutes reply time, as well as please do not interrupt one another when speaking. You can continue with that round. So we'll start from Ginny. Thank you. When you were an MLA, you voted to get rid of the Human Rights Commission. You voted to take away children's learning conditions. You voted to take away class size, class composition support for special needs. You voted to impact 10,000 ਔਰਤਾਂ ਜਿਹੜੀਆਂ ਇਮੀਗ੍ਰੈਂਟ ਵੂਮਨਸ ਹੁੰਦੀਆਂ ਸੀਗੀਆਂ, ਜਿਨ੍ਹਾਂ ਦੀ ਪੇ 50% ਕੱਟ ਆਫ ਹੋ ਗਈ, ਪ੍ਰਾਈਵੇਟਾਈਜੇਸ਼ਨ ਹੋ ਗਿਆ, ਬਹੁਤ ਉਲਟ-ਪੁਲਟ ਹੋ ਗਿਆ ਸਾਡੇ ਸੀਨੀਅਰ ਸਕੇਅਰ ਦੇ ਵਿੱਚ। ਉਹ ਤੁਸੀਂ ਉਦੋਂ ਕੀਤਾ, ਵੋਟਾਂ ਪਾਈ ਗਏ ਕਰਕੇ ਤੁਸੀਂ ਸਦਾ ਪਾਰਟੀ ਦੇ ਨਾਲ ਹੀ ਖੜੇ ਆ ਵੀ ਤੁਸੀਂ ਕਰ ਨਹੀਂ ਸਕੇ, ਬੇਸ਼ੱਕ ਦੀ ਹਿਊਮਨ ਰਾਈਟ ਸੀਗਾ। ਕਿਉਂ ਲੋਕ ਭਰੋਸਾ ਕਰਨ ਇਸ ਵਕਤ ਜਦੋਂ ਤੁਸੀਂ ਚੁਣੇ ਜਾਓਗੇ ਵੀ ਤੁਸੀਂ ਕਮਿਊਨਿਟੀ ਦੇ ਨਾਲ ਖੜੇ ਹੋਵੋਗੇ? ਸਿਰਫ ਤੁਸੀਂ ਪਾਰਟੀ ਦੇ ਨਾਲ ਨਾ ਕਰਕੇ ਸਾਨੂੰ ਪਤਾ ਤੁਹਾਡੀ ਪਾਰਟੀ ਦੇ ਅਸੂਲ ਕੀ ਆ। ਦੇਖੋ, ਪਹਿਲੀ ਗੱਲ ਤੇ ਹੈ ਕਿ ਬੜਾ ਸੋਹਣਾ ਸਵਾਲ ਹੈ ਇਹ, ਤੁਸੀਂ ਮੈਨੂੰ ਬੜੀ ਵਾਰੀ ਸਵਾਲ ਪੁੱਛਿਆ, ਹਰ ਡਿਬੇਟ ਤੇ ਸਵਾਲ ਪੁੱਛਦੇ ਆ। ਮੈਨੂੰ ਆਪਣੇ ਰੈਕਟ ਤੇ ਬਹੁਤ ਮਾਣ ਹੈ, ਕਿਉਂਕਿ 2001 ਦੇ ਵਿੱਚ ਜਦੋਂ ਮੈਂ ਇਲੈਕਸ਼ਨ ਲੜੀ ਸੀ ਗਵਰਨਮੈਂਟ ਦੇ ਵਿੱਚ, ਅਸੀਂ ਆਏ ਆ ਤੁਹਾਡੀ ਜਿਹੜੀ ਪੁਰਾਣੀ ਸਰਕਾਰ ਦੀਆਂ ਕਰਤੂਤਾਂ ਕਰਕੇ ਇਹ ਜਿਹੜਾ ਪ੍ਰੋਵਿੰਸ ਸੀ ਨਾ, ਏਸੀ ਹੈਵ ਨਾਟ ਪ੍ਰੋਵਿੰਸ, ਉਹਦਾ ਕੀ ਮਤਲਬ ਹੈ ਤੁਹਾਡੇ ਵੇਖਣ ਵਾਲਿਆਂ ਵਾਸਤੇ ਕਿ ਅਸੀਂ ਆਰਡਰਾਂ ਤੋਂ ਲੈ ਰਹੇ ਸੀ ਪੈਸੇ।
ਇਹਨਾਂ ਨੇ ਡੈਫਿਸਿਟ ਬੜਾ ਕੀਤਾ ਸੀ, ਇਹਨਾਂ ਦੀ ਮੈਨੇਜਮੈਂਟ ਕੋਈ ਨਹੀਂ ਸੀ। ਜਦੋਂ ਛੱਡ ਕੇ ਗਏ ਨੇ ਬੜਾ ਵੱਡਾ ਡੈਫਿਸਿਟ ਸੀ। ਅਸੀਂ ਇਕਨੋਮੀ ਨੂੰ ਇੰਪਰੂਵ ਕੀਤਾ, ਰੂਲਸ ਅਸੀਂ ਬਦਲੇ, ਅਸੀਂ ਡੀਰੈਗੂਲੇਸ਼ਨਸ ਕੀਤੀਆਂ, ਅਸੀਂ ਫੰਡਾਮੈਂਟਲ ਸ਼ਿਫਟ ਕੀਤੀ ਇਸ ਪ੍ਰੋਵਿੰਸ ਦੇ ਵਿੱਚ। ਉਸ ਸ਼ਿਫਟ ਦੇ ਵਿੱਚ ਬੜੀਆਂ ਜਿਹੜੀਆਂ ਗੱਲਾਂ ਉੱਪਰ ਥੱਲੇ ਹੋਈਆਂ, ਹੈਲਥ ਸਰਵਿਸਿਜ਼ ਬਾਰੇ ਵੀ ਅਸੀਂ ਬਹੁਤ ਕੰਮ ਕੀਤੇ। ਮੈਂ ਉਸ ਟਾਈਮ ਦੇ ਵਿੱਚ ਪਹਿਲੀ ਵਾਰੀ ਮਿਨਿਸਟਰ ਆਫ ਸਟੇਟ ਮੈਂਟਲ ਹੈਲਥ ਬਣਿਆ। ਸੋ ਕਈ ਵਾਰੀ ਮੈਂ ਸੁਣਨਾ ਗੱਲਾਂ ਵੀ ਇਹਨਾਂ ਨੇ ਮਿਨਿਸਟਰੀ ਬਣਾਈ, ਪਰ ਜਿਹੜਾ ਐਕਚੁਅਲੀ ਜਿਹੜਾ ਫੋਕਸ ਸੀ ਉਹ ਅਸੀਂ ਕੀਤਾ ਸੀ ਸ਼ੁਰੂ। ਆਈ ਵੈਂਟ ਅਕ੍ਰੋਸ ਦ ਪ੍ਰੋਵਿੰਸ, ਮੈਂ ਲੋਕਾਂ ਨੂੰ ਮਿਲਿਆ, ਆਰਗੇਨਾਈਜੇਸ਼ਨਸ ਨੂੰ ਮਿਲਿਆ, ਸਾਰਿਆਂ ਨਾਲ ਗੱਲਬਾਤ ਕਰਕੇ ਇੱਕ ਪ੍ਰੋਗਰਾਮ ਕੀਤਾ ਡਿਵੈਲਪ। ਉਸ ਪ੍ਰੋਗਰਾਮ ਨੂੰ ਮੈਂ ਲਾਗੂ ਕੀਤਾ। ਬੇਸਿਕਲੀ ਜਿਹੜਾ ਫੰਡਾਮੈਂਟਲ ਅਵੇਅਰਨੈਸ ਸੀ ਉਸ ਸਮੇਂ ਦੇ ਵਿੱਚ ਰੇਫ ਮੇਰ ਸਨ, ਇੱਥੇ ਸਾਡੇ CKNW ਦੇ ਬੜੇ ਇੰਪੋਰਟੈਂਟ ਇਨਸਾਨ ਸਨ, ਉਹਨਾਂ ਨਾਲ ਮਿਲ ਕੇ, ਬਾਕੀ ਸਾਰੇ ਲੋਕਾਂ ਨਾਲ ਮਿਲ ਕੇ ਮੈਂ ਅਵੇਅਰਨੈਸ ਕ੍ਰੀਏਟ ਕੀਤੀ। ਸੋ ਮੈਨੂੰ ਆਪਣੇ ਕੰਮ ਤੇ ਬਹੁਤ ਮਾਣ ਹੈ। ਮੈਂ ਸਮਝਣਾ ਕਿ ਮੇਰੀ ਕੰਟਰੀਬਿਊਸ਼ਨ ਇਮੈਂਸ ਹੈ, ਉਹ ਬੜੀ ਸਟਰੋਂਗ ਹੈ, ਬੜੀ ਪੈਸ਼ਨੇਟ ਹੈ, ਬੜੀ ਕਮਿਟਡ ਹੈ। ਮੈਂ ਆਪਣੇ ਅਸੂਲਾਂ ਤੇ ਖੜਾ। ਜਿਸ ਅਸੂਲ ਤੇ ਲੈ ਕੇ ਮੈਂ ਵੋਟਾਂ ਪਾਣੀਆਂ, ਵੋਟਾਂ ਲੋਕਾਂ ਕੋਲ ਲੈਣੀਆਂ, ਉਸ ਅਸੂਲ ਤੇ ਮੈਂ ਖੜਨਾ, ਕਿਉਂਕਿ ਮੈਂ ਕਿਸੇ ਨੂੰ ਧੋਖਾ ਨਹੀਂ ਦੇਣਾ ਵੀ ਬਾਹਰ ਜਾ ਕੇ ਮੈਂ ਕੋਈ ਹੋਰ ਗੱਲ ਕਰਾਂ, ਅੰਦਰ ਕੋਈ ਹੋਰ ਗੱਲ ਕਰਾਂ। ਮੈਂ ਨਾਲੇ ਸਾਰਿਆਂ ਨੂੰ ਐਕਸਪਲੇਨ ਕਰਨਾ ਚਾਹੁੰਦਾ, ਮੈਂ ਇਕੱਲੀ ਕੰਮ ਨਹੀਂ ਕਰਨਾ, ਦੋ ਲਈ ਮੈਂ ਕੰਮ ਨਹੀਂ ਕਰਨਾ, ਮੈਂ ਸਾਰੀ ਕਮਿਊਨਿਟੀ ਵਿੱਚ ਕੰਮ ਕਰਨਾ। ਇਸ ਕਮਿਊਨਿਟੀ ਵਿੱਚ ਜਿਸ ਕਮਿਊਨਿਟੀ ਦਾ ਜਿਹੜਾ ਹਰ ਇੱਕ ਜਿਹੜਾ ਫੈਸਟ ਹੈ, ਹਿੱਸਾ, ਉਹ ਮੇਰੇ ਅੰਗ ਦੇ ਵਿੱਚ ਮੇਰੇ ਨਾਲ ਮਿਲਿਆ। ਸੋ ਉਹਨਾਂ ਲੋਕਾਂ ਵਾਸਤੇ ਮੈਂ ਹਮੇਸ਼ਾ ਖੜਾ। ਹੈਲਥ ਕੇਅਰ ਹੋਏ, ਮੈਂਟਲ ਹੈਲਥ ਹੋਏ, ਕਮਿਊਨਿਟੀ ਸਰਵਿਸਿਜ਼ ਹੋਣ, ICBC ਦੀ ਗੱਲ ਹੋਏ, ਟੈਕਸੀ ਦੀ ਗੱਲ ਹੋਏ, ਟਰੱਕਿੰਗ ਦੀ ਗੱਲ ਹੋਏ, ਮੈਂ ਉਹਨਾਂ ਦੇ ਨਾਲ ਖੜਾ। ਥੈਂਕ ਯੂ ਜੀ, ਥੈਂਕ ਯੂ। ਸੋ ਹੁਣ ਤੁਸੀਂ ਕੁਐਸਚਨ ਕਰ ਸਕਦੇ ਹੋ ਜੀ ਨੂੰ। ਮੈਂ ਇਹਨਾਂ ਨੂੰ ਸਵਾਲ ਪੁੱਛਣਾ ਜੀ ਕਿ ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਬੜੀਆਂ ਗੈਦਰਿੰਗਸ ਕੀਤੀਆਂ, ਪਾਰਟੀਆਂ ਕੀਤੀਆਂ, ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ, ਬੜੇ ਜ਼ੋਰ ਨਾਲ ਕਿਹਾ ਵੀ ਮੈਂ ਤੁਹਾਡੇ ਨਾਲ ਖੜੀ ਹਾਂ। ਲੋਕਾਂ ਨੇ ਬਹੁਤ ਇਹਨਾਂ ਤੇ ਇਤਬਾਰ ਕੀਤਾ, ਯਕੀਨ ਕੀਤਾ ਵੀ ਪੜ੍ਹੇ ਲਿਖੇ ਨੇ, ਟੀਚਰ ਨੇ, ਸੁਲਝੇ ਹੋਏ ਨੇ। ਪਰ ਇਹਨਾਂ ਦੀ ਜਿਹੜੀ ਇਹਨਾਂ ਦੀ ਬੋਲੀ ਹੈ ਤੇ ਇਹਨਾਂ ਦੇ ਕੰਮ ਜਿਹੜੇ ਨਾ ਉਹ ਬੜੇ ਵੱਖਰੇ ਨੇ। ਇਹਨਾਂ ਨੇ ਟੈਕਸੀ ਇੰਡਸਟਰੀ ਨਾਲ ਝੂਠ ਬੋਲਿਆ, ਧੋਖਾ ਕੀਤਾ, ਇਹਨਾਂ ਨੇ ਉਹਨਾਂ ਦਾ ਕੰਮ ਕੋਈ ਨਹੀਂ ਕੀਤਾ। ਇਹਨਾਂ ਨੇ ਟਰੱਕਿੰਗ ਇੰਡਸਟਰੀ ਨਾਲ ਮੀਟਿੰਗਾਂ ਕੀਤੀਆਂ, ਇਹਨਾਂ ਨੇ ਉਹਨਾਂ ਨਾਲ ਧੋਖਾ ਕੀਤਾ। ਇਹਨਾਂ ICBC ਬਾਰੇ ਗੱਲ ਕੀਤੀ, ਇਹਨਾਂ ਨੇ ਕਿਹਾ ਵੀ ਅਸੀਂ ਟੋਲ ਫਰੀ ਤੁਹਾਡਾ ਮਾਫ ਕਰਾਂਗੇ, ਇਹਨਾਂ ਨੇ ਉਹਨਾਂ ਨੂੰ ICBC ਰੇਟ ਵਧਾ ਦਿੱਤੇ। ਇਹਨਾਂ ਨੇ ਟਨਲ ਬਾਰੇ ਕੀਤੀ ਗੱਲ, ਪਰ ਇਹਨਾਂ ਨੇ ਬਾਅਦ ਦੇ ਵਿੱਚ ਉਹਦਾ ਵੀ ਕੋਈ ਕੰਮ ਨਹੀਂ ਕੀਤਾ। ਡਾਕਟਰ ਸਾਹਿਬ ਸਵਾਲ ਕਰੋ ਜੀ। ਮੈਂ ਸਵਾਲ ਕਰਨਾ, ਇਹ ਸਵਾਲ ਹੈ ਮੇਰਾ। ਸਵਾਲ ਇਹ ਵੀ ਜੇ ਇੰਨੇ ਤੁਸੀਂ ਲੋਕਾਂ ਨਾਲ ਧੋਖਾ ਕੀਤਾ ਤੇ ਝੂਠ ਬੋਲਿਆ ਤੇ ਲੋਕਾਂ ਦੇ ਕੰਮ ਨਹੀਂ ਕੀਤੇ, ਉਹ ਤੁਹਾਡਾ ਹੁਣ ਇਸ ਸਮੇਂ ਤੇ ਕਿਉਂ ਇਤਬਾਰ ਕਰਨ? ਥੈਂਕ ਯੂ ਵੈਰੀ ਮੱਚ। ਤੇ ਮੈਨੂੰ ਬਾਜੇ ਵੇਲੇ ਪਤਾ ਨਹੀਂ ਲੱਗਦਾ ਵੀ ਮੈਂ ਸਰੀ ਚ ਰਹਿੰਦੀ ਆ, ਮੈਂ ਜਗ੍ਹਾ ਜਗ੍ਹਾ ਸਰੀ ਵਿੱਚ ਹੁੰਦੀ ਆ। ਸਾਰੇ ਜਾਣਦੇ ਆ ਸਰੀ ਦੇ ਵਿੱਚ ਕਿਹੜੇ ਕੰਮ ਹੋ ਰਹੇ ਆ, ਤੇ ਸਰੀ ਵਿੱਚ ਸਕੂਲ ਵੀ ਬਣ ਰਹੇ ਆ, ਸਕੂਲ ਦੇ ਵਿੱਚ ਹਸਪਤਾਲ ਵੀ ਬਣ ਜਾਣਾ ਆ, ਬਹੁਤ ਸਾਰੀਆਂ ਹੋਰ ਵੀ ਸਮਾਵਾਂ ਬਣੀਆਂ ਆ, ਟੋਲਸ ਵੀ ਚੱਲ ਗਏ ਆ, MSP ਪ੍ਰੀਮੀਅਮਸ ਵੀ ਚੱਲ ਗਈਆਂ ਆ। ਟੈਕਸੀ ਇੰਡਸਟਰੀ ਜਿਹਦੇ ਨਾਲ ਤੁਹਾਨੂੰ ਨਾ ਚੇਤਾ ਆਇਆ ਜਦੋਂ ਸੀਗੇ ਲਿਬਰਲ ਲੀਡਰ ਸਾਡੀ ਕਮਿਊਨਿਟੀ ਦੇ ਵਿੱਚ, ਜਦੋਂ ਉਹਨਾਂ ਦੇ ਮੋਹਰੇ ਇੰਨੀਆਂ ਵੱਡੀਆਂ ਮੁਸ਼ਕਲਾਂ ਸੀਗੀਆਂ, ਜਦੋਂ ਫੀਚਰ ਫਾਸਟਬੈਂਡਰ ਉਹਨਾਂ ਤੇ ਪੂਰਾ ਵਾਰ ਕਰਦਾ ਸੀ, ਉਦੋਂ ਤੁਹਾਡੀ ਆਵਾਜ਼ ਨਹੀਂ ਖੁੱਲੀ। ਤੁਹਾਨੂੰ ਉਹਨਾਂ ਦੀ ਯਾਦ ਆਈ ਇਲੈਕਸ਼ਨ ਤੋਂ 1 ਮਹੀਨਾ ਪਹਿਲਾਂ। ਤੇ ਹੁਣ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦੀ ਹਾਂ, ਅਸੀਂ ਟੈਕਸੀ ਇੰਡਸਟਰੀ ਦੇ ਨਾਲ ਕੋਲੈਬੋਰੇਟਿਵਲੀ ਕੰਮ ਕੀਤਾ ਤੇ ਉਹਨਾਂ ਨੇ ਸਾਨੂੰ ਐਂਡੋਸੇਸ਼ਨ ਵੀ ਦਿੱਤੀ ਆ NDP ਗਵਰਨਮੈਂਟ ਨੂੰ, ਕਰਕੇ ਉਹਨਾਂ ਨੂੰ ਪਤਾ ਆ ਜੇ ਇੰਡਸਟਰੀ ਨੇ ਗਾਂ ਬਚਣਾ ਆ, ਉਹਨਾਂ ਦਾ ਸਾਡੇ ਨਾਲ ਕੰਮ ਕਰਕੇ ਅਸੀਂ ਹੀ ਉਹਨਾਂ ਦੀ ਸਪੋਰਟ ਕੀਤੀ ਆ, ਜਦੋਂ ਤੁਹਾਡੀ ਸਰਕਾਰ ਨੇ ਬਿਲਕੁਲ ਨਹੀਂ ਸੀ ਕੀਤੀ। ਤੇ ਤੁਸੀਂ ਲੀਡਰ ਹੋ ਕੇ ਇਨ ਦ ਫਰੰਟ ਲਾਈਨ ਆਫ ਦ ਲਿਬਰਲ ਪਾਰਟੀ, ਫਿਰ ਵੀ ਤੁਸੀਂ ਚੁੱਪ ਗੁੰਮ ਸਮ ਸੀਗੇ, ਤੁਸੀਂ ਆਵਾਜ਼ ਨਹੀਂ ਖੋਲੀ ਉਸ ਵਕਤ। ਹੁਣ ਤੁਸੀਂ ਮੇਰੇ ਟਰੱਕ ਭਰਾਵਾਂ ਦੀ ਤੇ ਵੀਰਾਂ ਦੀ ਤੇ ਭੈਣਾਂ ਦੀ ਗੱਲ ਕੀਤੀ ਆ, ਉਹਨਾਂ ਦੇ ਨਾਲ ਵੀ ਸਾਡਾ ਕੋਲੈਬੋਰੇਸ਼ਨ ਹੋ ਰਿਹਾ ਆ। ਜਦੋਂ 3 ਸਾਲ ਲਈ 2014 ਤੋਂ 2017 ਤੱਕ ਕ੍ਰਿਸਟੀ ਕਲਾਰਕ ਨੇ ਜਿਹੜੀ ਅਗਰੀਮੈਂਟ ਸਾਈਨ ਕੀਤੀ ਸੀਗੀ, ਵੀ ਇੱਕ ਵੀ ਮੁੱਦਾ ਪੂਰਾ ਨਹੀਂ ਸੀ ਕੀਤਾ ਆ, ਉਦੋਂ ਤੁਸੀਂ ਗਏ ਸੀਗੇ ਕ੍ਰਿਸਟੀ ਕਲਾਰਕ ਨੂੰ ਮਿਲਣ ਵੀ ਆ ਤੁਸੀਂ ਗਲਤ ਕੀਤਾ ਸਾਡੀ ਕਮਿਊਨਿਟੀ ਨਾਲ ਸਾਈਨ ਕਰਕੇ, ਹੁਣ ਤੁਸੀਂ ਕਰ ਨਹੀਂ ਰਹੇ? ਨੋ। ਹੁਣ ਤੁਹਾਨੂੰ ਚੇਤਾ ਆਇਆ ਜਦੋਂ ਇਲੈਕਸ਼ਨ ਆਉਣ ਵਾਲਾ ਸੀਗਾ। ਮੈਂ ਕਹਿੰਦੀ ਆ ਕੱਲ ਵੀ ਅੱਜ ਸਵੇਰੇ ਵੀ ਮੇਰੀ ਮੀਟਿੰਗਸ ਹੋਈ ਆ ਟਰੱਕਿੰਗ ਇੰਡਸਟਰੀ ਦੇ ਵਿੱਚ, ਬਹੁਤ ਕੰਪਨੀਆਂ ਦੇ ਨਾਲ ਤੇ ਨਾਲੇ ਡਰਾਈਵਰਸ ਨਾਲ ਵੀ we're working together। ਤੇ ਇਸ ਕਰਕੇ ਆ ਜਿਹੜਾ ਤੁਸੀਂ ਹੈ ਨਾ ਵੀ ਫਾਸਲਾ ਪਾਉਣ ਦੀ ਕੋਸ਼ਿਸ਼ ਕਰਦੇ ਆ, ਉਹ ਹੈ ਨਹੀਂਗਾ। ਥੈਂਕ ਯੂ ਸੋ ਮਚ। Okay, now we will have common questions by the moderators to each candidate. You will have 1 minute to answer.
So the question is, tell us 5 things you will do right away if you be an MLA. Number one, I will continue to work as hard as I do now, 24/7. ਮੇਰੀ ਆਵਾਜ਼ ਜਿਹੜੀ ਆ ਬੁਲੰਦ ਰਹੂਗੀ ਉੱਥੇ ਵਿਕਟੋਰੀਆ ਵਿੱਚ ਵੀ, ਤੇ ਜਿਹੜੇ ਇੱਥੇ ਵੀ ਲੋਕ ਕਹਿੰਦੇ ਆ ਉਹ ਬੇਸ਼ੱਕ ਦੀ ਮੈਂ ਉਹਨਾਂ ਦੇ ਨਾਲ ਅਗਰੀ ਕਰਾਂ ਨਾ ਅਗਰੀ ਕਰਾਂ, ਉਹ ਆਵਾਜ਼ ਵੀ ਵਿਕਟੋਰੀਆ ਵਿੱਚ ਜਾਊਗੀ। ਇਹ ਬਹੁਤ ਜ਼ਰੂਰੀ ਹੁੰਦੀ ਆ। ਦੂਸਰੀ, ਜਿਹੜਾ ਵੀ ਇਨਸਾਨ ਮੇਰੇ ਆਫਿਸ ਵਿੱਚ ਆਊਗਾ, ਬੇਸ਼ੱਕ ਦੀ ਮੈਨੂੰ ਵੋਟ ਪਾਈ ਆ ਬੇਸ਼ੱਕ ਦੀ ਨਹੀਂ ਵੋਟ ਪਾਈ, ਉਹਨਾਂ ਨੂੰ ਇਕੁਅਲ ਟ੍ਰੀਟਮੈਂਟ ਮਿਲਦੀ ਰਹੀ ਆ, ਗਾਂ ਵੀ ਮਿਲਦੀ ਰਹੂਗੀ। ਤੀਸਰੀ ਗੱਲ, ਸਾਡੇ ਬੱਚਿਆਂ ਦੀ ਪੜ੍ਹਾਈ ਲਈ ਮੇਰੀ ਆਵਾਜ਼ ਸਦਾ ਹੀ ਖੁੱਲੂਗੀ, ਫॉर ਕਲਾਸਰੂਮਸ ਐਂਡ ਫॉर ਇੰਪਰੂਵਮੈਂਟਸ। ਹਸਪਤਾਲ ਪੂਰਾ ਹੋਊਗਾ ਤੇ ਬਾਕੀ ਵੀ ਹੋਰ ਵੀ ਇੰਪਰੂਵਮੈਂਟਸ ਇੱਥੇ ਆਉਣਗੀਆਂ। ਜਿਹੜਾ ਮੈਡੀਕਲ ਸਕੂਲ ਅਸੀਂ ਅਨਾਉਂਸ ਕੀਤਾ ਵੀ ਸਰੀ SFU ਸੈਂਟਰ ਵਿੱਚ ਪਊਗਾ, ਉਹਦੇ ਵਿੱਚ ਵੀ ਪੂਰਾ ਜ਼ੋਰ ਲਾਵਾਂਗੇ। ਜਿਹੜੀਆਂ ਅਫੋਰਡੇਬਿਲਿਟੀ ਦੇ ਇਸ਼ੂ ਆ ਉੱਥੇ ਵੀ ਮੇਰੀ ਆਵਾਜ਼ ਬੁਲੰਦ ਰਹੂਗੀ। ਮੈਂ ਚੁੱਪ ਕਰਕੇ ਨਹੀਂ ਰਹਿਣਾ ਕਿਉਂਕਿ ਮੈਂ ਡਰਦੀ ਹਾਂ। Thank you so much. ਦੇਖੋ, ਮੇਰੀ ਜਿਹੜੀ ਇਹਨਾਂ ਲੋਕਾਂ ਨੂੰ ਕਮਿਊਨਿਟੀ ਨੂੰ ਮੇਰਾ ਪਤਾ ਵੀ ਮੈਂ ਉਹਨਾਂ ਬਾਰੇ ਕਿਹੜੇ ਕੰਮ ਕਰਨੇ ਨੇ। ਸਰੀ ਦੇ ਜਿਹੜੇ ਮੁੱਦੇ ਨੇ ਨਾ 5 ਨਹੀਂ 6 ਨਹੀਂ 7 ਨਹੀਂ 8 ਜ਼ਿਆਦਾ ਨੇ ਮੁੱਦੇ। ਸਰੀ ਨੂੰ ਪਿਛਲੇ 3.5 ਸਾਲਾਂ 'ਚ ਇਹਨਾਂ ਦੀ ਸਰਕਾਰ ਨੇ ਬਿਲਕੁਲ ਇਗਨੋਰ ਕੀਤਾ। ਕਿਸ ਵੇਸ 'ਤੇ ਮੈਂ ਇਗਨੋਰ ਕਹਿ ਰਿਹਾ ਵੀ ਇਹਨਾਂ ਨੇ 3.5 ਸਾਲਾਂ 'ਚ ਕੋਈ ਇਨਫਰਾਸਟ੍ਰਕਚਰ ਦੀ ਇੰਪਰੂਵਮੈਂਟ ਨਹੀਂ ਕੀਤੀ। ਇਹਨਾਂ ਨੇ ਇਲੈਕਸ਼ਨ 'ਚ ਕੀਤਾ ਸੀ ਵਾਅਦਾ ਵੀ ਅਸੀਂ ਸਕੂਲਾਂ ਦੇ ਵਿੱਚ ਪੋਰਟੇਬਲਸ ਨਹੀਂ ਹੋਣਗੇ, ਉਸ ਕੰਮ 'ਚ ਫੇਲ ਹੋ ਗਏ। ਇਹਨਾਂ ਨੇ ਬ੍ਰਿਜਸ ਬਾਰੇ ਫਾਇਦਾ ਇਹਨਾਂ ਨੇ ਕੀਤਾ ਸੀ ਵਾਅਦਾ, ਉਸ ਕੰਮ 'ਚ ਫੇਲ ਹੋ ਗਏ। ਅਸੀਂ ਉਹ ਕੰਮ ਕਰਾਂਗੇ, ਮੈਂ ਉਹ ਕੰਮ ਕਰਾਂਗਾ। ਹਸਪੀਟਲ ਬਾਰੇ ਇਹਨਾਂ ਨੇ ਕੀਤਾ ਸੀ ਵਾਅਦਾ, ਇਹਨਾਂ ਦੇ ਪ੍ਰੀਮੀਅਰ ਨੇ 3 ਹਫ਼ਤੇ ਪਹਿਲਾਂ ਉਹਨਾਂ ਨੂੰ ਕੋਈ ਨਹੀਂ ਸੀ ਸਮਝ ਵੀ ਕਰਨਾ ਕੀ ਹੈ, ਇਹਦਾ ਪਲਾਨ ਬਣਨਾ ਕਿ ਨਹੀਂ ਬਣਨਾ, ਪੈਸੇ ਹੋਣੇ ਕਿ ਨਹੀਂ ਹੋਣੇ। ਜਦੋਂ ਮੈਂ ਸ਼ੁਰੂ ਕੀਤਾ ਕੁਐਸਚਨ ਰੇਜ਼ ਕਰਨਾ, ਇਹਨਾਂ ਨੇ ਉਹਦੇ ਬਾਰੇ ਬੋਲਿਆ, ਉਹ ਹਸਪੀਟਲ ਬਣਾਵਾਂਗੇ ਅਸੀਂ। ਇਹਨਾਂ ਨੇ ਮੈਡੀਕਲ ਸਕੂਲ ਬਾਰੇ ਗੱਲ ਕੀਤੀ ਹੈ, ਅਸੀਂ ਇੱਕ ਸਪੈਸ਼ਲਾਈਜ਼ਡ ਪ੍ਰੋਗਰਾਮ ਡਿਵੈਲਪ ਕਰਨਾ ਕਿ ਜਿਹੜੇ ਸਾਡੇ ਘਰਾਂ ਵਿੱਚ ਲੋਕਾਂ ਦੇ ਬੱਚੇ ਬੈਠੇ ਨੇ ਜਿਨ੍ਹਾਂ ਨੇ ਆਲਰੇਡੀ ਮੈਡੀਸਨ ਕੀਤੀ ਹੈ, ਉਹਨਾਂ ਦੀ ਟ੍ਰੇਨਿੰਗ ਹੋ ਸਕੇ। ਇਸ ਤੋਂ ਇਲਾਵਾ ਜਿਹੜਾ ਇੱਥੇ ਪੂਰਾ Thank you so much. Okay, and now we will have a vote appeal or closing pitch. In other words, our viewers, your potential voters here, if you want to let them know why they should vote for you, this is your last attempt at giving them your best pitch. So go ahead, you've got 2 minutes for this. ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੇ ਆਮ ਸੋ ਗ੍ਰੇਟਫੁਲ ਵੀ ਤੁਸੀਂ ਮੈਨੂੰ ਓਪਰਚੁਨਿਟੀ ਦਿੱਤੀ ਹੈ। ਮੇਰਾ ਨਾਮ ਹੈ ਡਾਕਟਰ ਗੁਲਜ਼ਾਰ ਚੀਮਾ ਤੇ ਮੈਂ ਇਸ ਸਰੀ ਤੋਂ ਕੋਈ 27 ਸਾਲ ਤੋਂ ਰਹਿ ਰਿਹਾ। ਇਸੇ ਏਰੀਏ ਵਿੱਚ ਮੈਂ 25 ਸਾਲ ਤੋਂ ਰਹਿਣਾ। ਇੱਥੇ ਮੈਂ ਆਪਣੀ ਫੈਮਿਲੀ ਰੇਜ਼ ਕੀਤੀ ਹੈ, ਇੱਥੇ ਮੈਂ ਆਪਣੀ ਪ੍ਰੈਕਟਿਸ ਕੀਤੀ ਹੈ, ਇੱਥੇ ਮੈਂ ਕੰਮ ਕਰਨਾ, ਇੱਥੇ ਮੈਂ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਸ਼ਾਮਲ ਹੋਣਾ। ਇੱਥੇ ਕੋਈ ਇਹੋ ਜਿਹੀ ਕਮਿਊਨਿਟੀ ਆਰਗੇਨਾਈਜੇਸ਼ਨ ਨਹੀਂ ਜਿਹਦੇ ਨਾਲ ਮੈਂ ਪਾਰਟਿਸਿਪੇਟ ਨਹੀਂ ਕੀਤਾ, ਜਿਨ੍ਹਾਂ ਨੂੰ ਮੈਂ ਆਪਣਾ ਟਾਈਮ ਐਫਰਟਸ ਜਾਂ ਮੈਂ ਨਹੀਂ ਦਿੱਤੇ। ਲੋਕਾਂ ਦੇ ਨਾਲ ਮੈਂ ਖੜਾ, ਮਾੜੇ ਚੰਗੇ ਟਾਈਮ ਦੇ ਵਿੱਚ ਖੜਾ, ਉਹਨਾਂ ਦੇ ਮੈਂ ਹਰ ਕੰਮ 'ਚ ਮੈਂ ਸਾਥ ਦਿੱਤਾ। ਮੈਂ ਸਮਝਣਾ ਕਿ ਜਿਹੜਾ ਪਹਿਲਾ ਮੇਰਾ ਐਕਸਪੀਰੀਅੰਸ ਹੈ, ਮੈਂ ਆਪਣੇ ਆਪ ਨੂੰ ਇਸ ਗੱਲ ਦਾ ਬੜਾ ਮਾਣ ਸਮਝਣਾ ਕਿ ਵਿਨੀਪੈਗ ਦੇ ਲੋਕਾਂ ਦੀ ਮਦਦ ਦੇ ਨਾਲ 1988 ਦੇ ਵਿੱਚ ਮੈਂ ਪੋਲਿਟਿਕਸ ਦੇ ਸਾਰੇ ਦਰਵਾਜ਼ੇ ਖੋਲ੍ਹੇ। ਉਸ ਤੋਂ ਬਾਅਦ ਮੈਂ ਇੱਥੇ ਆ ਕੇ ਮੈਂ ਆਪਣੀ ਫੈਮਿਲੀ ਨਾਲ ਦੁਬਾਰਾ ਸੈੱਟ ਹੋਇਆ, ਮੈਂ ਇੱਥੇ ਕੰਮ ਕੀਤਾ, ਮੇਰਾ ਐਕਸਪੀਰੀਅੰਸ ਹੈਗਾ, ਮੇਰਾ ਨੌਲੇਜ ਹੈਗਾ, ਮੇਰੀ ਜਿਹੜੀ ਕਮਿਟਮੈਂਟ ਹੈ ਨਾ ਬੜੀ ਸੋਲਿਡ, ਬੜੀ ਪੈਸ਼ਨੇਟ ਤੇ ਬੜੀ ਕਲੀਅਰ ਤੇ ਬੜੀ ਫੋਕਸਡ ਹੈ ਫਾਰ ਦ ਕਮਿਊਨਿਟੀ ਆਫ ਸਰੀ ਐਂਡ BC ਐਂਡ ਕੈਨੇਡਾ। ਮੈਂ ਜਿਹੜੀ ਗੱਲ ਮੈਂ ਆਪਣੇ ਘਰ 'ਚ ਕਰਨਾ ਉਹੀ ਗੱਲਾਂ ਮੈਂ ਬਾਹਰ ਜਾ ਕੇ ਕਰਦਾ। ਮੈਂ ਸਮਝਦਾ ਵੀ ਇਹ ਸਾਰੀਆਂ ਗੱਲਾਂ ਨੋਟ ਕਰਨ ਦੇ ਨਾਲ ਨਾਲ ਐਜ਼ ਅ ਫਿਜ਼ੀਸ਼ੀਅਨ ਮੈਨੂੰ ਪਤਾ ਵੀ ਸਾਡੀ ਕਮਿਊਨਿਟੀ ਵਿੱਚ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਨੇ। ਮੈਨੂੰ ਪਤਾ ਵੀ ਡਰੱਗ ਇਸ਼ੂਜ਼ ਨੇ, ਗੈਂਗ ਦੇ ਇਸ਼ੂਜ਼ ਨੇ, ਮੈਂਟਲ ਹੈਲਥ ਦੇ ਬੜੇ ਇਸ਼ੂਜ਼ ਨੇ, ਜਿਹੜੀ ਸਾਡੀਆਂ ਕਈ ਫੈਮਲੀਆਂ ਡਿਸਟਰੋਏ ਹੋ ਚੁੱਕੀਆਂ ਇਹਨਾਂ ਕੰਮਾਂ ਦੇ ਵਿੱਚ। ਮੈਂ ਸਮਝਦਾ ਵੀ ਐਜ਼ ਏ ਕਮਿਊਨਿਟੀ ਮੈਂਬਰ ਉਹ ਸਭ ਤੋਂ ਇੰਪੋਰਟੈਂਟ ਕੰਮ ਹੈ ਕਿ ਮੈਂ ਲੋਕਾਂ ਦੇ ਦੁੱਖ ਸਮਝਾਂ, ਉਹਨਾਂ ਦੇ ਦੁੱਖ ਉਸੇ ਮੈਂ ਲੈ ਕੇ ਜਾਵਾਂ, ਉਹਨਾਂ ਕੋਲ ਵਾਪਸ ਆਵਾਂ, ਉਹਨਾਂ ਨੂੰ ਮੈਂ ਜਵਾਬ ਦਿਆਂ। ਮੈਂ ਤੁਹਾਡੀ ਆਵਾਜ਼ ਬਣਨਾ। ਮੇਰੀ ਆਵਾਜ਼ ਜਿਹੜੀ ਹੈ ਨਾ ਐਡੀ ਸਟਰੋਂਗ ਤੇ ਬੜੀ ਕਲੀਅਰ ਹੈ, ਕੰਸਾਈਜ਼ ਹੈ, ਐਟ ਦ ਸੇਮ ਟਾਈਮ ਬੇਸਡ ਔਨ ਪ੍ਰਿੰਸੀਪਲਸ ਜਿਹੜੇ ਸਾਰੇ ਪਾਸੇ ਉਹ ਠੀਕ ਨੇ। ਮੇਰਾ ਪੁਰਾਣਾ ਜਿਹੜੀ ਮੇਰੀ ਪੋਲੀਟੀਕਲ ਬੁੱਕ ਹੈ ਉਹ ਵੀ ਸਾਫ਼ ਹੈ, ਪ੍ਰੈਜ਼ੈਂਟ ਮੇਰੀ ਬੁੱਕ ਕਲੀਅਰ ਹੈ ਤੇ ਆਉਣ ਵਾਲਾ ਫਿਊਚਰ ਮੇਰਾ ਪ੍ਰੈਜ਼ੈਂਟ ਕੰਮਾਂ ਤੇ ਆਧਾਰਿਤ ਤੇ। ਮੈਂ ਆਪਣੀ ਪਾਰਟੀ ਵਿੱਚ ਬੜੀ ਮੇਰੀ ਦੇਣ ਹੈ ਤੇ ਲੋਕਾਂ ਦੀ ਮੇਰੀ ਬੜੀ ਸਪੋਰਟ ਹੈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਮੇਰੇ ਕੰਮ ਦੇਖ ਕੇ ਮੈਨੂੰ ਵੋਟ ਪਾਓ ਤਾਂ ਕਿ ਤੁਹਾਡੇ ਲਈ ਮੈਂ ਕੰਮ ਕਰ ਸਕਾਂ। ਥੈਂਕ ਯੂ ਜੀ। ਜਿਨੀ, ਥੈਂਕ ਯੂ ਵੈਰੀ ਮੱਚ। ਮੈਂ ਹਾਂ ਜਿਨੀ ਸਿਮਸ, MLA ਲਈ ਖੜੀ ਹਾਂ ਫਿਰ ਦੂਸਰੀ ਵਾਰੀ। ਤੇ ਮੈਂ ਤੁਸੀਂ ਕਾਹਤੇ ਮੈਨੂੰ ਵੋਟ ਪਾਵੋ? ਕਿਉਂਕਿ ਜਿਹੜੀ ਜਿਨੀ ਆ ਨਾ ਇਹ ਸ਼ੁਰੂ ਤੋਂ ਆਪਣੀ ਆਵਾਜ਼ ਇਹਨ ਬੁਲੰਦ ਰੱਖੀ ਆ। ਪਹਿਲਾਂ ਜਦੋਂ ਮੈਂ ਛੋਟੀ ਜਿਹੀ ਸੀਗੀ ਉਦੋਂ ਇੰਟਰਪ੍ਰੇਟ ਕਰਨਾ, ਬਜ਼ੁਰਗਾਂ ਦੀਆਂ ਚਿੱਠੀਆਂ ਲਿਖਣੀਆਂ, ਚਿੱਠੀਆਂ ਪੜ੍ਹਨੀਆਂ। ਜਦੋਂ ਮੈਂ ਸਕੂਲ 'ਚ ਚੱਲ ਗਈ ਫਿਰ ਵੀ ਵੋਲੰਟੀਅਰ ਕੰਮ ਕੀਤਾ, ਸੋਸ਼ਲ ਜਸਟਿਸ ਐਕਟਿਵਿਸਟ ਰਹੀ ਹਾਂ। ਟੀਚਿੰਗ ਦੇ ਵਿੱਚ ਵੀ ਮੈਂ ਵੀ ਉੱਥੇ ਜਾ ਕੇ ਵੀ ਆਪਣੀ ਆਵਾਜ਼ ਬੁਲੰਦ ਰੱਖੀ ਸੀਗੀ। ਜਦੋਂ MP ਬਣੀ
ਮੈਂ ਹੀ ਐਮਪੀ ਸੀਗੀ ਜਿਸ ਨੇ ਆਵਾਜ਼ ਉਠਾਈ ਸੀਗੀ ਜਦੋਂ ਸਰਕਾਰਾਂ ਨੇ ਸਿਟੀਜ਼ਨਸ਼ਿਪ ਤੇ ਵਾਰ ਕੀਤਾ ਸੀਗਾ ਤੇ ਫਿਲੀਬਸਟਰ ਕੀਤਾ ਸੀਗਾ ਬਿੱਲ, ਬਿਕਾਜ਼ ਅ ਸਿਟੀਜ਼ਨ ਇਜ਼ ਅ ਸਿਟੀਜ਼ਨ ਇਜ਼ ਅ ਸਿਟੀਜ਼ਨ। ਤੇ ਜਦੋਂ ਮੈਂ ਇੱਥੇ ਵੀ ਗਈ ਆ ਆਪਣੇ ਵਿਕਟੋਰੀਆ ਵਿੱਚ ਵੀ ਮੇਰੀ ਆਵਾਜ਼ ਬੁਲੰਦ ਰਹੀ ਆ ਸਰੀ ਦੇ ਲਈ ਤੇ ਸਾਰੇ ਸੂਬੇ ਦੇ ਲਈ ਵੀ, ਕਰਕੇ ਸਾਨੂੰ ਸਾਰੇ ਸੂਬੇ ਦਾ ਵੀ ਸੋਚਣਾ ਪੈਂਦਾ ਆ, ਪਰ ਅਸੀਂ ਸਰੀ ਤੋਂ ਆ, ਇਸ ਕਰਕੇ ਸਰੀ ਦੀਆਂ ਲੋੜਾਂ ਕੀ ਆ। ਜੋ ਕੁਝ ਸਰੀ ਨੂੰ ਮਿਲਿਆ ਆ ਪਿਛਲੇ 3.5 ਸਾਲਾਂ ਦੇ ਵਿੱਚ, ਉਹ ਉਹਨਾਂ ਨੂੰ ਪਹਿਲੇ 16 ਸਾਲਾਂ ਦੇ ਵਿੱਚ 10% ਵੀ ਨਹੀਂ ਸੀ ਉਹਨਾਂ ਨੂੰ ਇਦੋਂ ਮਿਲਿਆ। ਸਾਡੇ 18 ਸਕੂਲ ਬਣ ਗਏ, ਸਾਡੇ ਬ੍ਰਿਜ ਪਠਾਲੋ ਬ੍ਰਿਜ ਹੁਣ ਸ਼ੁਰੂ ਹੋ ਗਈ ਆ, ਸਾਡੇ ਨਵਾਂ ਹਸਪਤਾਲ ਬਣ ਜਾਣਾ ਆ, MSP ਪ੍ਰੀਮੀਅਮਸ ਵੀ ਚੱਲ ਗਏ ਆ, ਅਫੋਰਡੇਬਿਲਿਟੀ ਇਸ਼ੂਜ਼ ਤੇ ਬਹੁਤ ਵੱਡਾ ਕੰਮ ਹੋ ਗਿਆ ਹੈ, ਚਾਈਲਡ ਕੇਅਰ ਦੇ ਵਿੱਚ ਵੀ ਡਿਵੈਲਪਮੈਂਟ ਹੋਈ ਆ। ਪਰ ਸਭ ਤੋਂ ਵੱਡੀ ਗੱਲ ਤੁਸੀਂ ਜਿੰਨੀ ਤੇ ਕਿਉਂ ਵੋਟ ਪਾਵੋ, ਕਿਉਂਕਿ ਜਿੰਨੀ ਨੂੰ ਪਤਾ ਆ ਸਮਝੌਤਾ ਵੀ ਕਿਸ ਤਰ੍ਹਾਂ ਕਰਨਾ ਤੇ ਆਪਣੀ ਆਵਾਜ਼ ਕਿਸ ਤਰ੍ਹਾਂ ਉਠਾਉਣੀ ਆ ਤੇ ਕਿਸ ਤਰ੍ਹਾਂ ਗੱਲ ਨੂੰ ਅੱਗੇ ਲੈ ਕੇ ਜਾਣਾ ਆ। ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਦਿਖਾਲਣਾ ਆ ਵੀ ਅਸੀਂ ਇਸ ਮੁਲਕ ਦੇ ਵਿੱਚ ਰਹਿ ਕੇ, ਇਸ ਮੁਲਕ ਦੇ ਰਹਿ ਕੇ ਸਾਫ਼ ਸੁਥਰਾ ਪੋਲਿਟਿਕਸ ਕਰ ਸਕਦੇ ਆ, ਬਹੁਤ ਹੀ ਜ਼ਰੂਰਤ ਹੈਗੀ ਆ ਅਸੀਂ ਆਪਣੇ ਬੱਚਿਆਂ ਨੂੰ ਦੱਸੀਏ, ਸੋਚ ਸਮਝ ਕੇ ਆਪਣੀ ਵੋਟ ਪਾਵੋ। ਤੁਹਾਡੇ ਮੋਹਰੇ ਇੱਕੋ ਹੀ ਬੇਨਤੀ ਹੈਗੀ ਆ, ਆਪਣੀ ਵੋਟ ਦਾ ਇਸਤੇਮਾਲ ਕਰੋ। ਇਸ ਵੋਟ ਲਈ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਆ, ਪਰ ਵੋਟ ਪਾਵੋ ਪਰਖ ਕੇ ਵੀ ਕੌਣ ਇਨਸਾਨ ਸਿਰਫ ਗੱਲ ਕਰ ਸਕਦਾ ਫਿਰ ਚੁੱਪ ਕਰਕੇ ਬੈਠ ਗਿਆ, ਕਿ ਕਿਹੜੀ ਇਨਸਾਨ ਹੈਗੀ ਆ ਜਿਹੜੀ ਉੱਥੇ ਜਾ ਕੇ ਲੜਦੀ ਰਹੂਗੀ। ਥੈਂਕ ਯੂ। Thank you so much. That concludes our live debate between Surrey Panorama candidates. Thank you so much, candidates, and we will be having more candidates from Surrey Whalley and Surrey Guildford to come. So please stay with Sanja TV for that. Thank you.